So struggles is a part of life. ਜਿੱਦਾਂ ਤੁਸੀਂ ਕਿਹਾ I came here in 1980 as 15 just India. ਤੇ ਹੁਣ ਲਾਸਟ 10 years I had a chance to go back ਪਾਕਿਸਤਾਨ ਤੋਂ ਇੱਕ ਵਾਰੀ ਆਪਣੇ ਘਰ ਪਿੰਡ ਦੇਖ ਕੇ ਆਈ ਤੇ ਉੱਤੇ ਬਾਰਡਰ ਤੇ ਵੀ ਲਿਖਿਆ how many people perished in ਜਦੋਂ ਉਸ ਟਾਈਮ ਪਾਰਟੀਸ਼ਨ ਦੇ ਟਾਈਮ ਰਾਈਟ I will make my project manager look good. So ਮੈਨੂੰ ਉਹ ਅਸਾਈਨਮੈਂਟਾਂ ਮਿਲਦੀਆਂ ਰਹਿੰਦੀਆਂ ਸੀ ਚਾਹੇ ਉਹ ਲੈਬ ਦੇ ਵਿੱਚ ਟੈਸਟਿੰਗ ਹੋਵੇ ਜਾਂ ਕੋਈ ਪ੍ਰੋਜੈਕਟ ਦੀ ਇੰਸਪੈਕਸ਼ਨ ਹੋਵੇ ਜਾਂ ਕੁਝ ਵੀ ਹੈ ਰਾਈਟ ਲੱਕੀ ਥਿੰਗ ਇਜ਼ ਆਈ ਹੈਵ ਨੈਵਰ ਬੀਨ ਲੇਡ ਆਫ ਔਰ ਫਾਇਰਡ ਫਰਮ ਅ ਜੌਬ every job teaches you something right ਔਖਾ ਕੋਈ ਨਾ ਕੰਮ ਜਹਾਨ ਉੱਤੇ ਔਖਾ ਕੋਈ ਨਾ ਕੰਮ ਜਹਾਨ ਉੱਤੇ ਕਰਨਾ ਸਦਾ ਹੀ ਹੁੰਦਾ ਆਰੰਭ ਔਖਾ ਹਿੰਮਤ ਹੋਵੇ ਤਾਂ ਚੁੱਕ ਪਹਾੜ ਦਈਏ ਬਿਨਾ ਹੌਸਲੇ ਚੁੱਕਣਾ ਖੰਭ ਔਖਾ ਔਕੜਾਂ ਆਉਣੀਆਂ ਤੇ ਲੱਖਾਂ ਆਉਣਗੀਆਂ ਆਓ ਮਿਹਨਤ ਨਾਲ ਕਰੀਏ ਹਰ ਰਾਹ ਸੌਖਾ ਆਓ ਮਿਹਨਤ ਨਾਲ ਕਰੀਏ ਹਰ ਰਾਹ ਸੌਖਾ ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਜਿਵੇਂ ਕਿ ਮੈਂ ਪਹਿਲਾਂ ਗੱਲਬਾਤ ਕੀਤੀ ਹੈ ਕਿ ਹਿੰਮਤ ਹੋਣੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਜੋ ਕਹਿ ਸਕਦੇ ਹਾਂ ਕਿ ਮਿਹਨਤ ਦੇ ਨਾਲ ਉਚਾਈਆਂ ਛੂ ਸਕਦੇ ਹਾਂ ਤੇ ਇਸੇ ਦੇ ਲੜੀ ਦੇ ਵਿੱਚ ਜੇ ਅਸੀਂ ਕੈਨੇਡੀਅਨਸ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਇੱਦਾਂ ਦੇ ਨੇ ਕਿ ਜਿਹੜੇ ਬੈਕਗਰਾਊਂਡ ਜਿਨ੍ਹਾਂ ਦੀ ਇੰਡੀਆ ਤੋਂ ਹੈ ਪੰਜਾਬ ਤੋਂ ਹੈ ਤੇ ਉੱਥੋਂ ਉੱਠ ਕੇ ਆ ਕੇ ਤੇ ਨਵੇਂ এনवायरमेंट ਦੇ ਵਿੱਚ ਜ਼ਿੰਦਗੀ ਸਟਾਰਟ ਕਰਨੀ ਤੇ ਉਹ ਤੋਂ ਬਾਅਦ ਔਕੜਾਂ ਦੇ ਨਾਲ ਮੁਸ਼ਕਿਲਾਂ ਤੋਂ ਬਾਅਦ ਇੱਕ ਮੁਕਾਮ ਹਾਸਿਲ ਕਰਨਾ ਜਿਹੜੇ ਲੋਕ ਅਕਸਰ ਕਹਿੰਦੇ ਨੇ ਕਿ ਅਸੀਂ ਇੱਕ ਉਚਾਈ ਤੇ ਜਾਣਾ ਹੈ ਤਾਂ ਕਿ ਲੋਕਾਂ ਦੇ ਲਈ ਇੱਕ ਮਿਸਾਲ ਕਾਇਮ ਹੋ ਸਕੇ ਸੋ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਨੇ ਆ ਕੇ ਇੱਥੇ ਟੈਕਸੀਆਂ ਵੀ ਚਲਾਈਆਂ ਨੇ ਤੇ ਅੱਜ ਤੋਂ ਬਾਅਦ ਖੇਤਾਂ ਦੇ ਵਿੱਚ ਬੇੜੀਆਂ ਦਾ ਕੰਮ ਵੀ ਕੀਤਾ ਆ ਤੇ ਉਹਨਾਂ ਦੇ ਵਿੱਚੋਂ ਹੀ ਜਿਹੜੀ ਇੱਕ ਸ਼ਖਸੀਅਤ ਜਿਹੜੇ ਹੁਣ ਇੱਕ ਇਨਸਪੀਰੇਸ਼ਨ ਬਣ ਗਏ ਨੇ ਐਂਡ ਇਨਸਪਾਇਰਿੰਗ ਜਿਹੜੀ ਉਹਨਾਂ ਦੀ ਹਿਊਮੈਨਿਟੀ ਹੈਗੀ ਆ ਇੱਕ ਐਂਟਰਪ੍ਰੈਨਰ ਸੋ ਅੱਜ ਆਪਾਂ ਗੱਲਬਾਤ ਕਰਾਂਗੇ BM ਗਰੁੱਪ ਤੋਂ ਬਲਰਾਜ ਮਾਨ ਜੋ ਕਿ BM ਗਰੁੱਪ ਤੋਂ ਚੇਅਰਮੈਨ ਨੇ ਫਾਊਂਡਰ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ BM Group of Companies, also known as BMG, represents a complementary portfolio of structural restoration, construction support services, material supply, and real estate services that are strategically aligned to provide innovative and cost-effective solutions. Building on the legacy of our founders over the past 4 decades, BMG has united premium business brands around the globe with offices in Vancouver, Seattle, Portland, Los Angeles, and New Delhi. BMG promotes responsible business practices, community involvement, and an inclusive work environment. Let's welcome Mr. Balraj Maan. Welcome. thank you ਸੋ ਮਿਸਟਰ ਮਾਨ ਜਿਵੇਂ ਮੈਂ ਗੱਲ ਕੀਤੀ ਹੈ ਕਿ ਮਿਹਨਤ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਲਾਈਫ ਦੇ ਵਿੱਚ ਸੋ ਮਿਹਨਤ ਕਰਦੇ ਹਾਂ ਅਸੀਂ ਤੇ ਲਾਈਫ ਦੇ ਵਿੱਚ ਹੁਣ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਜਿਹੜੀ ਸਿਚੁਏਸ਼ਨ ਦੇਖ ਰਹੇ ਹਾਂ COVID-19 ਦਿਸ ਇਜ਼ ਅ ਲਾਈਕ ਡਿਫਰੈਂਟ ਸਿਚੁਏਸ਼ਨ ਟੂ ਆਲ ਆਫ ਅਸ ਹੈ ਨਾ ਕਦੇ ਸੁਣਿਆ ਵੀ ਨਹੀਂ ਸੀ ਇਹਦਾ ਨਾਮ ਤੁਹਾਨੂੰ ਕਿੱਦਾਂ ਇਫੈਕਟ ਕਰ ਰਹੀ ਹੈ ਇਹ ਪਰਸਨਲੀ I think personally because in my age I'm sort of the latter part of my life it's affecting everybody but now I take it more sober approach to things because you've seen a few things ਤੁਸੀਂ ਉਤਰਾਅ ਚੜ੍ਹਾਅ ਜ਼ਿੰਦਗੀ ਦੇ ਦੇਖੇ ਆ ਤਾਂ ਤੁਸੀਂ ਉਸ ਹਿਸਾਬ ਨਾਲ ਉਹਨੂੰ ਹੈਂਡਲ ਕਰਦੇ ਆ ਬਈ ਆਲਸੋ ਤੁਹਾਡਾ ਬਿਹੇਵੀਅਰ ਅਦਰ ਪੀਪਲ ਡਿਪੈਂਡ ਔਨ ਯੂ ਦੇ ਲੁੱਕ ਅਪਨ ਯੂ ਤੁਸੀਂ ਉਹ ਵੀ ਦੇਖਦੇ ਆ ਕਿ ਉਹਨਾਂ ਨੇ ਕਿੱਦਾਂ ਪਰਸੀਵ ਕਰਨਾ ਸੋ ਆਈ ਥਿੰਕ ਉਹਨਾਂ ਚੀਜ਼ਾਂ ਨੂੰ ਵੀ ਤੁਹਾਨੂੰ ਖਿਆਲ 'ਚ ਰੱਖਣਾ ਪੈਂਦਾ ਬੀ ਪੋਜ਼ੀਟਿਵ ਇਹ ਜਿਹੜੇ ਚੰਗੇ ਟਾਈਮ ਵੀ ਨਹੀਂ ਕਦੇ ਰਹਿੰਦੇ ਅਤੇ ਮਾੜੇ ਵੀ ਨਹੀਂ ਰਹਿੰਦੇ ਸੋ ਆਈ ਥਿੰਕ ਐਜ਼ ਲੌਂਗ ਯੂ ਹੈਵ ਅ ਪੋਜ਼ੀਟਿਵ ਆਊਟਲੁੱਕ ਔਨ ਲਾਈਫ ਇਹ ਵੀ ਸਮਾਂ ਲੰਘ ਜਾਊਗਾ ਰਲ ਮਿਲ ਕੇ ਰਾਈਟ ਸਰ ਆਈ ਥਿੰਕ ਐਵਰੀਥਿੰਗ ਇਜ਼ ਗੋਇੰ ਟੂ ਬੀ ਗੁੱਡ ਐਟ ਦੀ ਐਂਡ ਰਾਈਟ ਸਰ ਤੇ ਗਾਈਡਲਾਈਨਸ ਫੋਲੋ ਕਰ ਰਹੇ ਹੋ ਪ੍ਰੋਪਰ ਹਾਂ ਬਿਲਕੁਲ ਆਈ ਥਿੰਕ ਆਫ ਕੋਰਸ ਆਈ ਐਮ ਅ ਟੈਕਨੀਕਲ ਗਾਈ ਆਈ ਥਿੰਕ ਸਮਬਡੀ ਪ੍ਰੋਫੈਸ਼ਨਲ ਗਿਵਸ ਅਸ ਗਾਈਡਲਾਈਨ ਵੀ follow it to the letter of the law right ਤੇ ਉਹੀ ਹੁਣ ਪਰਸਨਲ ਲਾਈਫ ਦੇ ਵਿੱਚ ਹੋ ਗਿਆ ਇੱਕ ਤਰ੍ਹਾਂ ਦੀ ਨਾ ਲਾਈਫ ਨੇ ਜਿਵੇਂ ਰੀਫਰੈਸ਼ ਬਟਨ ਪ੍ਰੈਸ ਕਰ ਦਿੱਤਾ ਹੁੰਦਾ ਐਂਡ ਐਵਰੀਥਿੰਗ ਇਜ਼ ਸੈਟਲ ਡਾਊਨ ਤੇ ਹੁਣ ਦੁਬਾਰਾ ਫੇਰ ਰੇਸ ਫੜੂਗੀ ਲਾਈਫ ਪਰ ਹਜੇ ਇੱਕ ਤਾਂ ਦੇ ਉੱਤੇ ਰੁਕੀ ਹੋਈ ਆ
ਪਰ ਹੁਣ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਈਏ, ਜੇ ਅਸੀਂ ਤੁਹਾਡੀ ਗੱਲ ਹੀ ਕਰੀਏ ਤਾਂ ਤੁਸੀਂ 1980s ਦੇ ਵਿੱਚ ਜਦੋਂ ਇੱਥੇ ਆਏ ਸੀਗੇ ਤੇ ਉਸ ਤੋਂ ਬਾਅਦ ਸਟਰਗਲ, ਕਿਉਂਕਿ ਉਦੋਂ ਦਾ ਮਾਹੌਲ ਡਿਫਰੈਂਟ ਸੀ, ਜੇ ਹੁਣ ਅਸੀਂ 2020 ਦੀ ਗੱਲ ਕਰੀਏ ਤਾਂ ਟੋਟਲੀ ਡਿਫਰੈਂਟ এনवायरमेंट, ਸੋ ਉਸ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਕੁ ਸਟਰਗਲਸ ਦਾ ਸਾਹਮਣਾ ਕਰਨਾ ਪਿਆ? ਹਾਂਜੀ, ਸੋ ਸਟਰਗਲਸ ਇਜ਼ ਅ ਪਾਰਟ ਆਫ ਲਾਈਫ। ਜਿੱਦਾਂ ਤੁਸੀਂ ਕਿਹਾ, ਆਈ ਕੇਮ ਹੀਅਰ ਇਨ 1980 ਐਜ਼ 15 ਜਸਟ ਇੰਡੀਆ, ਗ੍ਰੇਡ 10 ਤੋਂ ਬਾਅਦ ਹੀ ਇੱਥੇ ਹਾਈ ਸਕੂਲ ਫਿਨਿਸ਼ ਕੀਤਾ, ਪੋਸਟ ਸੈਕੰਡਰੀ ਐਜੂਕੇਸ਼ਨ ਐਜ਼ ਐਨੀ ਅਦਰ ਇਮੀਗ੍ਰੈਂਟ ਫੈਮਿਲੀ ਦਾ। ਪਹਿਲਾਂ ਆਡ ਜੌਬਸ ਵੀ ਕਰਨੀਆਂ, ਫਾਰਮ ਹੋਇਆ ਜਾਂ ਜੋ ਵੀ ਹੋਇਆ, ਪੜ੍ਹੀ ਸਭ ਥਰੂ ਸਕੂਲ, ਤੇ ਬਾਅਦ ਵਿੱਚ ਫਿਰ ਜੌਬ ਸਟਾਰਟ ਕੀਤੀ ਤੇ ਗਾਹਾਂ ਅੱਗੇ ਤੋਂ ਅੱਗੇ ਚੱਲਦੇ ਰਹੇ। ਬਟ ਇਹ ਆ ਵੀ ਜਿਹੜੀ ਹੁਣ ਆ ਚੈਲੰਜ ਆਇਆ ਕੋਵਿਡ ਦਾ, ਬਿਕਾਜ਼ ਵੀ ਕਮ ਫਰੋਮ ਫੈਮਿਲੀ ਪੰਜਾਬ ਦੇ ਵਿੱਚੋਂ, ਸਾਡੇ ਪੇਰੈਂਟਸ ਪਾਕਿਸਤਾਨ 'ਚ ਸੀ ਤੇ ਪਾਰਟੀਸ਼ਨ ਟਾਈਮ ਦੇ ਕੇਮ ਟੂ ਇੰਡੀਆ। ਸੋ ਸਾਨੂੰ ਦੱਸਦੇ ਹੁੰਦੇ ਰੌਲਿਆਂ ਦੀਆਂ, ਪੁਰਾਣੀਆਂ ਪਾਰਟੀਸ਼ਨ ਟਾਈਮ ਦੀਆਂ ਗੱਲਾਂ, ਵੀ ਆਲ ਦਾ ਹਾਊ ਦੇ ਫੇਸ ਕਿੰਨਾ ਡਾਇਰ ਸੀਗੀਆਂ ਸਿਚੁਏਸ਼ਨਸ। ਤੇ ਹੁਣ ਲਾਸਟ 10 years ਆਈ ਹੈਡ ਅ ਚਾਂਸ ਟੂ ਗੋ ਬੈਕ ਪਾਕਿਸਤਾਨ। 2 ਵਾਰੀ ਆਪਣੇ ਘਰ ਪਿੰਡ ਦੇਖ ਕੇ ਆਈ, ਤੇ ਉੱਤੇ ਬਾਰਡਰ 'ਤੇ ਵੀ ਲਿਖਿਆ ਹਾਊ ਮੈਨੀ ਪੀਪਲ ਪੈਰਿਸ਼ਡ ਇਨ, ਜਦੋਂ ਉਸ ਟਾਈਮ ਪਾਰਟੀਸ਼ਨ ਦੇ ਟਾਈਮ, ਰਾਈਟ। ਸੋ ਉਦੋਂ ਪੁਰਾਣੇ ਜ਼ਮਾਨੇ ਸਾਡੇ ਮਦਰ ਗੱਲਾਂ ਕਰਦੇ, ਜਦੋਂ ਬਲੈਕ ਪਲੇਗ ਦੀ ਗੱਲ ਹੋ ਗਈ ਜਾਂ ਹੋਰ ਮਹਾਂਮਾਰੀਆਂ ਜਿਹੜੀ ਪਹਿਲੀਆਂ ਹੋਈਆਂ ਸਾਡੀ ਲਾਈਫ ਟਾਈਮ 'ਚ, ਤਾਂ ਇਹ ਐਤਕੀ ਪਹਿਲੀ ਵਾਰੀ ਜੀ ਹੈਲਥ ਥੋੜ੍ਹਾ ਇਸ਼ੂ ਆਇਆ। ਬਾਕੀ ਇਕਨੋਮਿਕਲੀ ਤਾਂ ਜਦੋਂ ਅਸੀਂ ਪਹਿਲਾਂ ਆਏ ਵੀ ਆ 80 ਦੇ ਵਿੱਚ ਬੂਮ ਸੀ, ਫਿਰ 81 'ਚ ਉਦੋਂ ਵੀ ਰਿਸੈਸ਼ਨ ਆ ਗਿਆ ਸੀ, ਰਾਈਟ। ਪੀਪਲ ਵਰ ਹੈਵਿੰਗ ਟਫ ਟਾਈਮ ਫਾਈਂਡਿੰਗ ਏ ਜੌਬ, ਫਿਰ ਉਹ ਵੀ ਰਿਕਵਰ ਹੋ ਗਏ। ਫਿਰ ਇੱਕ 90s ਇੱਕ ਛੋਟਾ ਜਿਹਾ ਆਇਆ, ਫਿਰ ਦੈਨ 2008 ਵਾਜ਼ ਦ ਲਾਸਟ ਟਾਈਮ ਇਟ ਸਲੋਡ ਡਾਊਨ, ਗਲੋਬਲ ਰਿਸੈਸ਼ਨ। ਸੋ ਅਪ ਐਂਡ ਡਾਊਨ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ, ਚੱਲਦੇ ਰਹਿੰਦੇ ਆ। ਆਈ ਥਿੰਕ ਦੈਟਸ ਵਾਟ ਲਾਈਫ, ਪਾਰਟ ਆਫ ਲਾਈਫ, ਰਾਈਟ। ਬਿਲਕੁਲ। ਤੇ ਤੁਸੀਂ ਜਿੱਦਾਂ ਪਹਿਲਾਂ ਆ ਕੇ ਟੈਕਸੀ ਵੀ ਚਲਾਈ ਹੈ ਮੇਰੇ ਖਿਆਲ ਨਾਲ, ਜੇ ਮੈਂ ਸਹੀ ਹਾਂ ਤਾਂ ਉਸ ਤੋਂ ਬਾਅਦ ਹੋਰ ਕਿਹੜੇ ਕੰਮ ਕੀਤੇ? ਆਈ ਥਿੰਕ ਮੈਂ ਤਾਂ ਇੱਕ ਵਾਰੀ ਆਈ ਯੂਜ਼ਡ ਟੂ ਵਰਕ ਫॉर ਕੰਸਲਟਿੰਗ ਕੰਪਨੀ, ਉਹ ਲੰਚ ਰੂਮ 'ਚ ਕਰਨ ਲੱਗ ਪਿਆ ਵੀ ਮੈਂ ਕਿੰਨੀਆਂ ਜੌਬਾਂ ਕੀਤੀਆਂ। ਆਈ ਪ੍ਰੋਬਬਲੀ ਹੈਡ ਦ ਮੋਸਟ ਅਮਾਊਂਟ, ਫਾਰਮ ਵਰਕ, ਹਾਊਸ ਪਲਾਨਸ ਟੂ ਵਟਐਵਰ, ਰਾਈਟ। ਸੋ ਆਈ ਹੈਡ, ਬਟ lucky thing is I've never been laid off or fired from a job. I always quit and went for the next one and whatever. ਇਹ ਮੈਂ ਫੋਰਚੂਨੇਟ ਕਹਿ ਲਾਂ ਆਪਣੇ ਆਪ ਨੂੰ, ਬਟ ਇਹਦੇ ਨਾਲ ਇਹ ਲਾਈਫ 'ਚ ਐਵਰੀ ਜੌਬ ਟੀਚਿਜ਼ ਯੂ ਸਮਥਿੰਗ, ਰਾਈਟ। ਐਜ਼ ਲੌਂਗ ਐਜ਼ ਮੈਂ ਤਾਂ ਇਹੀ ਗੱਲ ਕਰਦਾ ਹੁੰਦਾ, ਜਿਹੜਾ ਤੁਸੀਂ ਇਹਦੇ ਲਈ ਕੰਮ ਕਰਦੇ ਉਹਨੂੰ ਆਪਣਾ ਮਿਹਨਤ ਦਾ ਮੁੱਲ ਤਾਰੋ, ਉਹਨੂੰ ਅਗਲੇ ਦੀ ਵੇਜਿਸ ਤੁਹਾਨੂੰ ਦਿੰਦੇ ਉਹਨੂੰ ਕਰਕੇ ਦਿਓ, ਐਂਡ ਲੁੱਕ ਐਟ ਐਵਰੀਥਿੰਗ ਐਜ਼ ਪੋਜ਼ੀਟਿਵਲੀ। ਸਿੱਖੋ ਤੇ ਅਗਲਿਆਂ ਨੂੰ ਸਿਖਾ ਲਓ ਜਿਹੜੇ ਦੂਜੇ ਬੰਦੇ ਤੁਹਾਡੇ ਪਿੱਛੇ ਦੇ ਨਾਲ ਕਤਾਰ ਚ ਆਉਂਦੇ ਆ। ਸੋ ਯੂ ਵਰ ਅ ਗੁੱਡ EMPLOYEE, ਤੇ ਹੁਣ EMPLOYER ਵੀ ਗੁੱਡ ਹੈਗੇ ਹਾਂ, ਬਿਕਾਜ਼ ਹੁਣ ਇੱਕ ਕੰਪਨੀ ਤੁਹਾਡੇ ਅੰਡਰ ਹੈਗੀ ਆ, ਤੁਸੀਂ ਫਾਊਂਡ ਕੀਤੀ ਕੰਪਨੀ। ਕੰਪਨੀ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਫਾਰਮਿੰਗ ਦਾ ਬੈਕਗ੍ਰਾਉਂਡ ਸੀਗਾ। ਹਾਂਜੀ, ਫਾਰਮਿੰਗ ਦੇ ਬੈਕਗ੍ਰਾਉਂਡ ਤੋਂ ਕੰਸਟਰਕਸ਼ਨ ਵੱਲ ਜਾਣਾ, ਸੋ ਇਹ ਸਭ ਕੁਝ ਕਿਵੇਂ ਹੋਇਆ? ਅਸੀਂ ਫਾਰਮਿੰਗ ਦੀ ਇੱਦਾਂ ਸੀ, ਮੇਰੇ ਅਸੀਂ ਵੀ ਗਰੋ ਅਪ ਔਨ ਅ ਫਾਰਮ, ਇੰਡੀਆ ਵੀ ਡੇਰੇ ਤੇ ਸਾਡੇ ਫਾਦਰ ਡੇਅਰੀ ਤੇ ਜ਼ਿਆਦਾ ਕ੍ਰੌਪ ਜਿਹੜੀਆਂ ਇੰਡੀਆ ਹੁੰਦੀਆਂ ਹੀ ਆ, ਪੋਟੇਟੋਜ਼ ਵਟਐਵਰ। ਸੋ ਉਹ ਸਾਡੀ ਬੈਕਗਰਾਊਂਡ ਸੀ। ਉਹਦੇ ਨਾਲ ਇਹ ਆ ਫਾਰਮ 'ਚ ਗਰੋ ਅਪ ਕਰਨ ਦੇ ਨਾਲ ਇੱਕ ਵੀ ਵਰ ਬਿਗ ਫੈਮਿਲੀ, 7 ਭੈਣ ਭਰਾ ਤੇ ਆਮ ਦ ਯੰਗੈਸਟ ਆਫ 7। ਉਹਦੇ ਵਿੱਚ ਇਹ ਹੈ ਤੁਹਾਨੂੰ ਕਲੈਕਟਿਵਲੀ ਫੈਮਿਲੀ ਦੇ ਨਾਲ ਕੰਮ ਕਰਨਾ ਸਿੱਖਣਾ, ਕ੍ਰੌਪ ਰੇਜ਼ ਕਰਨੀ, ਐਨੀਮਲ ਦੇ ਨਾਲ ਤੁਹਾਨੂੰ ਪੈਸ਼ਨ ਉਹ ਹੋ ਜਾਂਦਾ, ਪਲੱਸ ਲੇਬਰ ਮੈਨੇਜਮੈਂਟ ਸਕਿੱਲਸ। ਆਲਸੋ ਕ੍ਰੌਪ ਕਦੇ ਚੰਗੀ ਹੋ ਗਈ ਕਦੇ ਮਾੜੀ ਹੋ ਗਈ, ਸੋ ਆਟੋਮੈਟਿਕਲੀ ਨਥਿੰਗ ਗਰੰਟੀਡ, ਵੀ ਆਰ ਨਾਟ ਸੈਲਰੀਡ ਫੈਮਿਲੀ, ਪੈਸੇ ਆਈ ਜਾਣੇ ਪੱਕੇ, ਰਾਈਟ। ਆਲਸੋ ਨੈਗੋਸ਼ੀਏਸ਼ਨ ਸਕਿੱਲਸ, ਸਾਰੀਆਂ ਚੀਜ਼ਾਂ ਛੋਟੀ ਉਮਰ ਤੋਂ ਹੀ ਹੋ ਜਾਂਦੀਆਂ। ਆਲਸੋ ਹਾਊ ਟੂ ਡੀਲ ਵਿਦ ਪੀਪਲ, ਹਾਊ ਮਾਈ father was behaving or my mother was behaving with other people, other workers who were coming from village to our farms, right? ਉਹ ਚੀਜ਼ਾਂ ਛੋਟੀਆਂ ਤੋਂ ਸਿੱਖਦੇ ਆ, right? Plus we had to take a bike to school in the city, ਉਹ ਚੀਜ਼ਾਂ ਸਾਰੀਆਂ ਆਲੇ ਦੁਆਲੇ ਤੁਸੀਂ ਇਨਵਾਇਰ ਕਰਦੇ, ਉਹਨਾਂ ਦਾ ਫਿਰ ਤੁਹਾਡੇ ਨਾਲ effect ਹੁੰਦਾ later on, you grow up from that. And when we came here, of course ਉਹਨਾਂ ਟਾਈਮਾਂ 'ਚ 80s 'ਚ that was the main thing, all kids and parents weekend ਜੇ ਹੋ ਨਹੀਂ ਨਾ ਤਾਂ dairy farming, that was the easiest job to get, summer time, right? So I think everybody used to do that. I think we did the same farming ਦੇ ਵਿੱਚ। ਫਿਰ then at least as we progressed ਫਿਰ ਹੌਲੀ ਜਿੱਦਾਂ ਹੋ ਗਿਆ, right? ਜੀ ਫਿਰ ਕੰਸਟਰਕਸ਼ਨ ਵਾਲੀ ਸਾਈਡ, ਕੰਸਟਰਕਸ਼ਨ ਦਾ ਵੀ the interesting ਸੀ, because I was doing when I was going to I think college or whatever, I think I was doing security job, like a security guard. Weekend ਤੇ ਜਿੱਦਾਂ ਨਾਲ ਹੋਮਵਰਕ ਕਰੀ ਜਾਣਾ। ਸੋ ਦੈਨ ਆਈ ਗੋਟ ਟੂ ਐਕਸਪੀਰੀਅੰਸ ਵੀ ਕੰਸਟਰਕਸ਼ਨ ਵੀ ਕਿੱਦਾਂ ਪ੍ਰੋਜੈਕਟ ਮੈਨੇਜਰ ਉਹਨਾਂ ਨਾਲ ਗੱਲ ਕਰਨਾ। ਫਰਮ day 1 I was more
curious, and I would never care about how many hours it took and whatever. So I guess left a good impression on the people I was working for. So when I said these guys are making good money, they have good position. So I remember they were building the Eagle Ridge Hospital in Kukatlam there, right? So ਉੱਥੋਂ ਫਿਰ ਮੈਂ ਉਸ ਸਾਈਡ ਤੇ ਮੈਂ ਸਿਕਿਉਰਿਟੀ ਗਾਰਡ ਸੀ. So then he said, oh yeah, they got engineering degree ਜਿਹੜੇ ਮੇਰੇ ਉੱਤੇ project manager ਵਗੈਰਾ ਸੀ. ਫਿਰ ਉੱਥੋਂ ਮੇਰਾ ਇੰਟਰਸਟ ਕੰਸਟਰਕਸ਼ਨ ਲਈ ਹੋ ਗਿਆ. ਅੱਛਾ ਫਿਰ ਤੁਸੀਂ ਬੈਕ ਟੂ ਸਕੂਲ ਹਾਂ ਬੈਕ ਟੂ ਉਹਦੇ ਸਕੂਲ ਤੇ ਤਾਂ ਸੀਗੇ ਹੀ ਪਹਿਲਾਂ. ਅੱਛਾ ਪਹਿਲਾਂ ਸਕੂਲ ਕਰਦੇ ਸੀ ਉਸ ਦਿਨ ਨੂੰ. ਫਿਰ then I took Douglas College time construction management ਦਾ diploma ਸੀ. So I did that, but unfortunately there was a recession at that time, 84, I think 83-84 jobs ਤਾਂ ਮਿਲਦੀਆਂ ਨਹੀਂ ਸੀ. And then I did a civil and structural engineering ਦਾ ਫਿਰ ਮੈਂ ਕੀਤਾ, right? ਤੇ ਉਦੋਂ ਵੀ ਜੋਬਾਂ ਹਾਲੇ ਮਾਰਕੀਟ ਤੁਰਨ ਲੱਗ ਪਈ ਸੀ. Then I went to Toronto, was booming. 86, 87, then I went to Toronto, got my first consulting job in right. ਉਸ ਤੋਂ ਬਾਅਦ ਫਿਰ ਮੈਂ ਵਾਪਸ ਵੈਨਕੂਵਰ ਆ ਗਿਆ. ਸੋ ਇਦਾਂ ਚੱਲਦਾ ਰਿਹਾ. ਓਕੇ ਫਿਰ ਜੇ BM ਗਰੁੱਪ ਦੀ ਗੱਲ ਕਰੀਏ, ਸੋ BM ਗਰੁੱਪ ਕਦੋਂ ਸਟਾਰਟ ਹੋਇਆ? BM ਗਰੁੱਪ ਦਿਮਾਗ ਦੇ ਵਿੱਚ ਤਾਂ ਪਹਿਲਾਂ ਤੋਂ ਹੀ ਸੀਗਾ, ਰਾਈਟ. ਸੋ ਇੱਥੇ ਆਉਣ ਤੋਂ ਪਹਿਲਾਂ ਮੈਂ ਮਲਟੀਨੈਸ਼ਨਲ ਕੰਪਨੀ ਨੇ ਕੰਮ ਕੀਤਾ. ਗਰੂ ਅਪ ਫਰਮ ਬੇਸਿਕ ਐਂਟਰੀ ਲੈਵਲ ਪੋਜੀਸ਼ਨ ਟੂ ਪ੍ਰੋਜੈਕਟ ਮੈਨੇਜਰ ਟੂ ਡਿਵੀਜ਼ਨ ਮੈਨੇਜਰ. ਉਸ ਤੋਂ ਬਾਅਦ ਮੈਂ ਫਿਰ ਇੰਜੀਨੀਅਰਿੰਗ ਕੰਪਨੀ ਦੇ ਇੱਕ ਟੈਸਟਿੰਗ ਕੰਪਨੀ ਦੇ ਵਿੱਚ ਪਾਰਟਨਰਸ਼ਿਪ ਲੈ ਲਈ ਸੀ. ਉਹਦੇ 'ਚੋਂ ਫਿਰ ਅਸੀਂ ਇੰਜੀਨੀਅਰਿੰਗ ਉਹਦਾ ਡਿਵੀਜ਼ਨ ਸਟਾਰਟ ਕੀਤੀ ਐਂਡ ਗਰੂ ਦੈਟ ਬਿਜ਼ਨਸ, ਰਾਈਟ. ਅਤੇ ਉਦੋਂ ਫਿਰ ਬਾਅਦ 'ਚ ਅਸੀਂ ਡਿਵੈਲਪਮੈਂਟ ਵੈਨ 2004-05 'ਚ ਫੁੱਲ ਟਾਈਮ ਅਸੀਂ ਮਲਟੀਪਲ, ਮਾਈ ਫੈਮਿਲੀ ਵਾਜ ਇਨ ਦ ਰੀਅਲ ਏਸਟੇਟ, ਮਾਈ ਬ੍ਰਦਰ ਐਂਡ ਅਦਰ ਪਾਰਟਨਰਸ. ਤਾਂ ਫਿਰ ਮੈਂ ਇੱਧਰ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਫੋਕਸਡ, ਰਾਈਟ. ਅਤੇ ਉਹ ਇੱਦਾਂ ਫਿਰ I think then 2008 recession came. But then we thought instead of development construction, we need to focus, diversify. I bought my first company, Polycrete Restoration. It's a 40-year-old company. वो मेरे client ਹੁੰਦੇ ਸੀ, मैं consultant ਸੀ. ਤੇ ਉੱਥੋਂ ਫਿਰ that's where actually the BM group started. Polycrete was my first acquisition. ਉਸ ਤੋਂ ਬਾਅਦ ਫਿਰ Dallas Watt, and we also bought a concrete plant. At a time now we have a sort of 12 plus companies and few more on in the works, right? So ਇਦਾਂ ਫਿਰ ਚੱਲਦਾ ਰਿਹਾ. ਸੋ ਡਿਫਰੈਂਟ ਤਰ੍ਹਾਂ ਦੇ ਕੰਮ ਕਰਦੇ ਹੈਗੇ, ਜਸਟ ਨਾਟ ਜਸਟ ਦ ਕੰਸਟਰਕਸ਼ਨ ਦੇ ਨਾਲ ਰਿਲੇਟਡ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ. ਸੋ ਅਲੱਗ-ਅਲੱਗ 4-5 ਤਰ੍ਹਾਂ ਦੇ ਜਿਹੜੇ ਕੰਮ ਹੈਗੇ ਜਿਹੜੇ ਪ੍ਰੋਵਾਈਡ ਕਰਦੇ. ਹਾਂਜੀ, ਆਈ ਥਿੰਕ ਵੀ ਸਾਡਾ ਜਿਹੜਾ ਕਾਰਪੋਰੇਸ਼ਨ ਸਾਡੀ ਹੈਗੀ ਆ, ਵੀ ਆਰ ਸਪਲਿਟ ਇਨਟੂ 4 different segments. ਮੇਨ ਥਿੰਗ ਇਜ਼ ਆਰ ਸਟਰਕਚਰਲ ਰੈਸਟੋਰੇਸ਼ਨ, seismic strengthening, waterproofing, ਇਹ ਇੱਕ ਸੈਗਮੈਂਟ ਹੈ. ਉਹ ਇੱਥੇ US, ਇੰਡੀਆ ਸੀ. In India, we do pipe restoration and whatever. ਦੂਜਾ ਸਾਡਾ ਕੰਸਟਰਕਸ਼ਨ ਸਪੋਰਟ ਸਰਵਿਸਿਜ਼, ਰਾਈਟ. ਜਿਹੜਾ ਸੌਕਟਿੰਗ ਹੋ ਗਈ, ਸਕੈਨਿੰਗ ਹੋ ਗਈ, ਅਬੇਟਮੈਂਟ ਹੋ ਗਿਆ, ਇਨਵਾਇਰਮੈਂਟਲ ਰਿਲੇਟਡ ਸਟੱਫ, ਉਹ ਅਸੀਂ ਕਰਦੇ ਹਾਂ. ਤੀਜੀ ਸਾਡੀ ਹੈਗੀ ਆਰਮ ਮਟੀਰੀਅਲ ਸਪਲਾਈ. ਸਾਡੇ ਕੋਲ ਕੰਕਰੀਟ ਪਲਾਂਟ ਆ, ਸਾਡੀ ਸਿਸਟਰ ਕੰਪਨੀ ਦੇ ਮੇਕ ਅਪੌਕਸੀਜ਼ ਐਂਡ ਅਦਰ ਰਿਪੇਅਰ ਮਟੀਰੀਅਲਸ, ਉਹ ਅਸੀਂ ਕਰਦੇ ਹਾਂ. ਅਤੇ ਚੌਥਾ ਸਾਡਾ ਮੇਨ ਥਿੰਗ ਇਜ਼ ਰੀਅਲ ਐਸਟੇਟ ਡਿਵੈਲਪਮੈਂਟ. ਕੰਸਟਰਕਸ਼ਨ ਕਰਦੇ ਹਾਂ, ਲੈਂਡ ਅਸੈਂਬਲੀ ਕਰਕੇ ਡਿਵੈਲਪ ਕਰਦੇ ਹਾਂ, ਅਤੇ ਪ੍ਰੋਪਰਟੀਆਂ ਮੇਨਟੇਨ ਮੈਨੇਜ ਕਰਦੇ ਹਾਂ. ਵੀ ਓਨ ਪੋਰਟਫੋਲੀਓ ਆਫ ਬਿਲਡਿੰਗਸ ਐਂਡ ਅਦਰ ਸਟੱਫ, ਰਾਈਟ. ਸੋ ਇਹੋ ਜਿਹੇ ਕੰਸਟਰਕਸ਼ਨ ਨਾਲ ਰਿਲੇਟਡ ਹੈ, ਬਟ ਸਮਵਟ ਡਿਵਰਸੀਫਾਈਡ. ਸਮ ਇਜ਼ ਸਪੈਕੂਲੇਟਿਵ ਡਿਵੈਲਪਮੈਂਟ, ਅਦਰਸ ਇਜ਼ ਮੋਰ ਆਫ ਅ ਸਰਵਿਸ ਟੂ ਐਗਜ਼ਿਸਟਿੰਗ ਬਿਲਡਿੰਗਸ, ਡੈਮਸ, ਬ੍ਰਿਜਿਸ, parking, structure, shopping malls, right? So construction are related, but different sort of types. So ਜਿੱਦਾਂ ਕਿਹਾ ਕਿ ਇੱਕ ਕੰਪਨੀ ਨਹੀਂ ਗਰੋ ਹੁੰਦੀ, ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਜੁੜ ਜਾਂਦੇ ਨੇ. ਜਿਵੇਂ ਸਟਾਰਟ ਦੇ ਵਿੱਚ ਤੁਸੀਂ ਖੁਦ ਕੰਮ ਸ਼ੁਰੂ ਕੀਤਾ, ਫਿਰ ਤੁਸੀਂ ਤੁਹਾਡੀ ਫੈਮਿਲੀ ਨੇ ਨਾਲ ਸਾਥ ਦਿੱਤਾ, ਤੇ ਫਿਰ ਨਾਲ ਤੁਸੀਂ ਹੋਰ ਲੋਕਾਂ ਨੂੰ ਨਾਲ ਜੋੜਦੇ ਗਏ. ਤੇ ਹੁਣ ਗੱਲ ਕਰ ਲਈਏ ਜੇ ਅਸੀਂ EMPLOYEES ਦੀ, ਤਾਂ ਤੁਹਾਡੇ ਕੋਲੇ ਕੁੱਲ ਮਿਲਾ ਕੇ 500 ਤੋਂ ਜ਼ਿਆਦਾ EMPLOYEE ਕੰਮ ਕਰਦੇ ਹੋਣਗੇ. ਸੋ ਉਹ ਸਟਰਗਲ ਪੀਰੀਅਡ ਜਦੋਂ ਥੋੜੇ ਜਾਣੇ ਕੰਮ ਕਰਦੇ ਸੀ, ਤੇ ਫਿਰ ਉਸ ਤੋਂ ਬਾਅਦ ਹੁਣ ਇੰਨੀ ਜ਼ਿਆਦਾ ਕੰਪਨੀ ਦੇ ਨਾਲ ਲੋਕਾਂ ਦਾ ਜੁੜ ਜਾਣਾ, ਫਿਰ ਉਹਨਾਂ ਦੀਆਂ ਫੈਮਲੀਜ਼ ਦਾ ਜੁੜ ਜਾਣਾ. ਸੋ ਉਹ ਕਿਤੇ ਨਾ ਕਿਤੇ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਇੱਕ ਫੈਮਲੀ ਬਣ ਗਈ ਹੈਗੀ, ਇੱਕ BM ਗਰੁੱਪ ਜਿਹੜਾ ਹੈਗਾ ਇੱਕ ਫੈਮਲੀ ਬਣ ਗਈ ਹੈਗੀ. ਸੋ ਉਹ ਸਾਰੇ ਵਰਕਰਸ ਜਿੰਨੇ ਵੀ ਕੰਮ ਕਰਦੇ ਹੈਗੇ ਆ, ਤੇ ਉਹ ਅੱਜ ਕਿਵੇਂ ਲੱਗਦਾ ਆ ਜਦੋਂ ਪੁਰਾਣੇ ਦਿਨਾਂ ਨੂੰ ਦੇਖਦੇ ਆ ਕਿ ਉਦੋਂ ਇਕੱਲਿਆਂ ਨੇ ਸਟਾਰਟ ਕੀਤਾ ਸੀ ਤੇ ਹੁਣ ਇੰਨੇ ਜਾਣੇ ਸਾਡੇ ਨਾਲ ਜੁੜ ਚੁੱਕੇ ਨੇ? ਹਾਂਜੀ, ਕੁਆਇਟ ਆਨੈਸਟਲੀ ਵੀ ਆਰ ਸੋਰਟ ਆਫ very humble to have that. ਪਰਮਾਤਮਾ ਦੀ ਮਿਹਰ ਹੋਈ ਤੇ ਇੱਥੇ ਪਹੁੰਚੇ ਆ. ਪਰ when we were working for multinational companies or manage ਵੀ ਕਰਦੇ ਸੀ, there was 50,000 employees in that company, right? So ਤੋਂ ਕਈ ਚੀਜ਼ਾਂ ਜਦੋਂ when you working for a multinational public company, ਕਈ ਚੀਜ਼ਾਂ
ਵਧੀਆ ਹੁੰਦੀਆਂ ਕਈਆਂ ਤੋਂ not so much on a human side of things because you become a number one out of 50,000 right so ਉਹਦੇ ਵਿੱਚ ਬੰਦਾ ਸੋਚਦਾ ਜੇ ਕਿਤੇ ਮੌਕਾ ਮਿਲਿਆ ਤਾਂ this is what I will do or not do right ਤੇ also when I other people who make positive influence in your life ਜਿਹੜੇ ਬੰਦੇ ਤੁਹਾਨੂੰ ਤੁਹਾਡੇ ਮੈਂਟਰ ਬਣਦੇ ਆ ਜਾਂ ਹੋਰ ਜਿਹਨਾਂ ਤੋਂ ਸਿੱਖਦੇ ਆ ਤੁਸੀਂ ਮੋਟੀਵੇਟ ਹੁੰਦੇ ਵੀ ਕਿੱਦਾਂ ਉਹਨਾਂ ਨੇ ਕੀਤਾ ਤੇ ਅਸੀਂ ਉਹਨਾਂ ਤੋਂ ਤੁਸੀਂ ਸਿੱਖ ਕੇ ਕਰਦੇ ਆ ਤੇ ਸਾਡੇ ਦੇ ਲਈ ਤੇ ਮੇਰੇ ਲਈ ਸੀ ਵੀ ਆਹ ਚੀਜ਼ਾਂ ਨਹੀਂ ਕਰਨੀਆਂ ਬਿਕਾਜ਼ ਆਈ ਵਾਂਟ ਟੂ ਗੈਟ ਦ ਬੈਸਟ ਆਊਟ ਆਫ ਪੀਪਲ ਮੈਂ ਬਹੁਤ ਸ਼ਾਈ ਸੀ ਬਟ ਆਈ ਹੈਡ ਦ ਟੈਲੈਂਟ ਇਹਦੇ ਵਿੱਚ ਕਈ ਬੰਦਿਆਂ ਨੇ ਮੇਰੇ ਆਈ ਸਟਿਲ ਰਿਮੈਂਬਰ ਪ੍ਰਕਾਸ਼ ਜੋਸ਼ੀ ਗੇਵ ਮੀ ਦ ਫਸਟ job here in Vancouver ਤੇ ਉਹਦੇ ਨੂੰ ਮੈਂ ਹਾਲੇ ਵੀ I sort of stay in touch with him ਤੇ ਉਹਨੇ ਕਹਿਣਾ ਨਹੀਂ ਕਰ ਤੂੰ you can do it he would push me then another fellow was Neil McCaskill he later on became my competitor but still we are friends because ਉਹਦੇ ਵਿੱਚ ਇਹ ਉਹਨਾਂ ਨੇ ਕਹਿੰਦੇ you can do it ਫਿਰ ਬੰਦਾ ਹੌਲੀ ਹੌਲੀ ਸਿੱਖਦਾ ਕਰਦਾ ਪੁਸ਼ ਚਾਹੀਦਾ ਬੰਦਾ ਕਰਦਾ ਰਾਈਟ ਤੇ ਉਹਦੇ ਵਿੱਚ ਇਹ ਆ ਵੀ ਗਾਹਾਂ ਦੀ ਗਾਹਾਂ ਜਿਹੜਾ ਲੋਕ ਆਲੇ ਦੁਆਲੇ ਨਹੀਂ I think sort of I got a lot of support and also because I took the initiative and if you are true and genuine I think things happen if you are sort of fake and just selfish and then people sort of get pushed away right so if you have something and you're thinking about others and you attract good talent you attract good mentors within our silsila chalta For me the story of BM Group parallels the story of my family. Life started back in India on a farm and 1980 at age 15 I moved to Canada with my family my two sisters and my parents. All these things kind of came together and helped with the origin story of BM Group. I come from a family that believes in handshakes and word of mouth. I think those things still hold a lot of value to me. So if we say something, I go out of my way to make sure that I don't sort of break somebody's trust and live up to their expectations. The three pillars of BM Group are quality, integrity, and legacy. And individually, they don't really mean a whole lot, but together, they're what help us accomplish our goals. So without quality, we can't maintain integrity. Without integrity, we can't create a legacy, and that's what we're trying to do here. We started with 2 companies, 1 country, 40 employees, to now we have 12 companies, 3 countries, and almost 300 employees. So it hasn't been a very long experience, but it's been exciting. If you don't stretch, you don't grow. I think that's the same thing applies to the business world, right? You keep trying it honestly with the hard work, and it'll pay off. Right? Being involved in the construction industry, of course, is high risk for accidents or health and safety. So we want to make sure that everybody returns back to their families at the end of the day safely. We have a zero tolerance policy in our corporation for horseplay or environmental pollution or anything unethical. I think those things we take it very seriously. Trust is a funny thing because it's fickle, right? It's easy to lose, but it's hard to gain back. So we try to maintain quality with anything we do because at the end of the day, it comes back on us. People really don't want to hear your excuses as long as the job's done right. So for us, trust is earned. We've worked hard to maintain it for the past 40 years. And with the expansion of BM Group out towards different countries and continents, we look to expand that for 40 plus years to come. ਬਿਲਕੁਲ ਤੇ ਜਿਵੇਂ ਤੁਸੀਂ ਕਿਹਾ ਕਿ ਹੁਣ ਜ਼ਿਆਦਾ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਸਾਰੇ ਕਿਤੇ ਚੱਲ ਰਹੇ ਨੇ ਤੁਹਾਡੇ US ਦੇ ਵਿੱਚ ਵੀ ਹੈ ਦਿੱਲੀ ਦੇ ਵਿੱਚ ਵੀ ਹੈ ਲੋਅਰ ਮੇਨਲੈਂਡ ਦੇ ਵਿੱਚ ਵੀ ਹੈ ਤੇ ਲੋਅਰ ਮੇਨਲੈਂਡ ਜਿੱਥੇ ਅਸੀਂ ਰਹਿੰਦੇ ਆ ਉਹਦੀ ਗੱਲ ਕਰ ਲਈਏ ਚਾਹੇ ਉਹ ਕੈਨੇਡਾ ਪਲੇਸ ਹੋਵੇ ਓਲਡੈਸਟ ਬਿਲਡਿੰਗਸ ਨੇ ਚਾਹੇ ਅਸੀਂ ਗੱਲ ਕਰ ਲਈਏ ਕਿਸੇ ਜਿਹੜਾ ਓਲਡੈਸਟ ਚਰਚ ਹੈਗੀ ਹੈ ਤਾਂ ਹੋਰ ਵੀ ਜਿੰਨੀਆਂ ਵੀ ਓਲਡੈਸਟ ਬਿਲਡਿੰਗ ਹੈਗੀਆਂ ਨੇ ਸਾਰੇ ਕਿਤੇ BM ਗਰੁੱਪ ਨੇ ਕੰਮ ਕੀਤਾ ਹੀ ਹੋਇਆ ਹੈ ਹਾਂਜੀ ਬਿਕਾਜ਼ ਇਹਦੇ ਵਿੱਚ ਇਹ ਵੀ ਪਹਿਲੇ ਤਾਂ ਇਹ ਵੀ I was always a workaholic. I put lots of hours on work. Even ਮੈਂ ਹੁੰਦਾ ਸੀ I was probably sometimes first to show up at work and last to leave. When I was working as a junior sort of person on the projects, I would make my project manager look good. So ਮੈਨੂੰ ਉਹ ਅਸਾਈਨਮੈਂਟਾਂ ਮਿਲਦੀਆਂ ਰਹਿੰਦੀਆਂ ਸੀ ਚਾਹੇ ਉਹ
ਲੈਬ ਦੇ ਵਿੱਚ ਟੈਸਟਿੰਗ ਹੋਵੇ ਜਾਂ ਕੋਈ ਪ੍ਰੋਜੈਕਟ ਦੀ ਇਨਸਪੈਕਸ਼ਨ ਹੋਵੇ ਜਾਂ ਕੁਝ ਵੀ ਹੈ ਰਾਈਟ, ਤੁਹਾਡਾ ਐਕਸਪੋਜ਼ਰ ਵੱਧ ਜਾਂਦਾ, ਯੂ ਲਰਨ ਮੋਰ ਰਾਈਟ। ਅਤੇ ਉਹ ਹੈ ਵੀ ਮੇਰੇ ਜਰਨੀ ਦੇ ਵਿੱਚ ਜਿੱਦਾਂ ਪਹਿਲਾਂ ਚਾਹੇ ਉਹ ਕੰਸਲਟਿੰਗ, ਟੈਸਟਿੰਗ, ਇਨਸਪੈਕਸ਼ਨ ਤੋਂ ਲੈ ਕੇ ਡਿਵੈਲਪਮੈਂਟ ਤੋਂ ਗਾਹਾਂ ਦੀ ਗਾਹਾਂ, ਸੋ ਰੀਅਲ ਐਸਟੇਟ, ਸੋ ਕਈ ਵਾਰੀ ਦੈਨ ਵੈਨ ਆਈ ਵਾਜ਼ partner in a testing lab. We were the largest testing lab in lower mainland, and pretty well 80-90% of the concrete we tested. So every building that went up, we tested sample concrete and whatever, right? ਉਹਦੇ ਨਾਲ ਸਾਡੀ ਉਹਦੇ ਨਾਲ ਵੀ ਬਿਲਡਿੰਗ ਇੰਡਸਟਰੀ ਦੇ ਨਾਲ ਜਿੱਦਾਂ ਸਾਡਾ we know, yeah, this building I did this time. And when I came back to Polykeys world, Polykeet, we also 40-year plus history, right? Building cha repair hona, and even the previous owners, they were the first ones to form a company that looked after building, basically kind of a buildings doctor of sorts, right? तो ਉਹਨਾਂ ਨੂੰ ਪਤਾ ਸੀ ਵੀ ਆਹ ਬਿਲਡਿੰਗ ਦੇ ਵਿੱਚ ਆਹ ਡਾਕ ਹੈ ਤੇ ਆਹ ਪ੍ਰੋਬਲਮ ਹੈ, ਇਸ ਟਾਈਮ ਅਸੀਂ ਆਹ ਕੰਮ ਕੀਤਾ ਸੀ। ਸੋ ਆਈ ਸਟਿਲ ਹੈਵ ਪੀਪਲ ਇਨ ਆਰ ਆਰਗੇਨਾਈਜੇਸ਼ਨ ਜਿਹੜੇ 40+ ਈਅਰ ਦੇ ਸਾਡੇ ਨਾਲ ਲੱਗੇ ਆ, ਤੇ ਉਹਨਾਂ ਕੋਲ ਹਿਸਟਰੀ ਹੈ। ਲੋਟ ਟਾਈਮ ਕਲਾਇੰਟਸ ਔਰ ਦੀ ਓਨਰਸ ਆਫ ਦ ਬਿਲਡਿੰਗ ਹੈਵ ਮੈਨੇਜਮੈਂਟ ਮੂਵ ਆਫ, ਉਹ ਕਹਿੰਦੇ ਚ ਪੋਲੀਕੀਟ ਨੂੰ ਫੋਨ ਕਰ ਲਓ, ਉਹਨਾਂ ਕੋਲ ਹੋਣਾ ਡਾਟਾ ਵੀ ਇਹ 'ਚ ਕੀ ਹੋਇਆ ਸੀ, ਇਹਦੀ ਹਿਸਟਰੀ ਕੀ ਆ। ਦੈਨ ਵੀ ਸੇ ਜਾਂ ਵੀ ਰੀਚ ਆਊਟ ਟੂ ਆਰ ਫਾਊਂਡਰਸ ਆ ਜਾਂ ਹੋਰ ਸਟਾਫ ਨੂੰ ਵੀ ਇਹਦੀ ਆਹ ਹਿਸਟਰੀ ਆ, ਰਾਈਟ? ਇਟ ਮੇਕਸ ਯੂ ਫੀਲ ਗੁੱਡ, ਰਾਈਟ? ਐਂਡ ਜਿਹੜੇ ਪਹਿਲੇ ਦਿਨ ਤੋਂ ਤੁਹਾਡੇ ਨਾਲ ਜੁੜੇ ਹੁੰਦੇ ਆ, ਉਹ ਵੀ ਇੱਕ ਸਟਰੋਂਗ ਪਿਲਰ ਹੁੰਦੇ ਆ ਕੰਪਨੀ ਦੇ, ਤੇ ਤੁਹਾਨੂੰ ਹਮੇਸ਼ਾ ਤੁਹਾਡੇ ਨਾਲ ਖੜੇ ਰਹਿੰਦੇ ਆ, ਕਿਉਂਕਿ ਜੇ ਇੰਨੇ ਸਾਲਾਂ ਦੇ ਨਾਲ ਤੁਹਾਡੇ ਨਾਲ ਨੇ ਤੇ ਤੁਹਾਡੀ ਹਰ ਚੀਜ਼ ਪਤਾ ਹੁੰਦੀ ਆ ਉਹਨਾਂ ਨੂੰ। ਪਰ ਉਹਨਾਂ ਦੇ ਨਾਲ ਨਾਲ ਫੈਮਿਲੀ ਦਾ ਕਿੱਦਾਂ ਰਿਹਾ ਰਿਐਕਸ਼ਨ ਜਾਂ ਸਾਥ? I think family does both. My wife is a pillar of my sort of strength, and she's unconditional support. ਤੇ ਉਹਦੇ ਨਾਲ ਮੇਰੇ ਬੱਚੇ ਆ now ਮਿਲਨ sort of work side by side. ਮੇਰੇ ਫਾਦਰ ਸੀ ਨਾ, I still I remember ਸਾਡੇ ਕੋਲ ਸਾਡੇ ਫਾਰਮ 'ਚ ਕੰਮ ਕਰਦੇ ਸੀ, ਤਾਂ ਚਾਚਾ ਜੀ ਉਹਨੂੰ ਕਹਿੰਦੇ ਬਟ he was working and he sort of grew old. ਜਦੋਂ ਅਸੀਂ ਤਾਂ ਇੱਥੇ ਆ ਗਏ ਕੈਨੇਡਾ 'ਚ, still ਬਾਅਦ 'ਚ ਵੀ ਅਸੀਂ ਜਾ ਕੇ ਮਿਲਦੇ ਰਹੇ। So unfortunately he passed away now, ਪਰ how he took care of people. ਫਿਰ ਜਦੋਂ ਅਸੀਂ Polykeet ਵੀ acquire ਕੀਤੀ, ਮੇਰੇ ਬੱਚੇ ਅਸੀਂ just to show humility, ਮੈਂ ਉਹਨਾਂ ਨੂੰ ਲਿਜਾਣਾ ਵੀਕਐਂਡ 'ਤੇ, ਮੈਂ ਉਹਨਾਂ ਨੂੰ ਕਹਿਣਾ ਚਲੋ let's do we'll do our own clean up and maintenance whatever. So ਉਹਨਾਂ ਨੇ ਵੀ ਦੇਖਿਆ ਜਿਹੜੇ ਸਾਰਾ ਮੇਨ ਸਟ੍ਰੀਮ ਕਮਿਊਨਿਟੀ ਸੀ, they were very sort of we were the only colored persons on ਉਸ ਟਾਈਮ, ਰਾਈਟ? ਉਸ ਆਰਗੇਨਾਈਜੇਸ਼ਨ ਦੇ ਵਿੱਚ they got to know us. ਪਹਿਲਾਂ ਤਾਂ ਬੰਦਾ ਹੁੰਦਾ ਹੀ ਹੈਜ਼ੀਟੇਸ਼ਨ। ਮੈਂ ਆਪਣੇ ਫੈਮਿਲੀ ਨੂੰ ਵੀ ਕਿਹਾ ਵੀ doesn't matter if you are the owner, we are the new people in this organization, we have to earn their trust, right? I remember my wife took some Diwali time, some samosas and tandoori chicken, and nobody touched it, right? So because my ਬਾਅਦ 'ਚ ਕਹਿੰਦੇ ਵੀ ਮੇਰੀ ਵਾਈਫ ਕਹਿੰਦੀ ਫੂਡ ਤਾਂ ਉੱਦਾਂ ਹੀ ਪਿਆ। ਮੈਂ ਕਿਹਾ ਵੀ they not used to it, but now we have one of the largest barbecues at our house, and all the employees, they look forward to butter chicken and whatever. So transition ਦੇ ਵਿੱਚ even my daughters and ਅਸੀਂ ਸਾਰਿਆਂ ਨੇ ਜਾਣਾ, they got to know the employees, senior ਬੰਦੇ ਸੀਗੇ, right? Some of them, even two of my most senior people, construction is a tough man's business, right? But now they've invested all their lives, we keep them in the warehouse, ਥੋੜਾ ਬੜਾ ਉਹ ਕੰਮ ਕਰਦੇ ਜਿੰਨਾ ਕਰ ਸਕਦੇ ਆ, right? So it makes us they're still true Polykeeters. ਸਾਡੇ ਲਈ ਵੀ ਆ ਵੀ ਸਾਡੇ ਬੰਦੇ ਹੈਗੇ ਆ, ਉਹਨਾਂ ਦੀ ਲੈਗੇਸੀ ਨਾਲ ਉਹ ਮੈਂਟਰ ਕਰੀ ਜਾ ਰਹੇ, ਜਿੰਨਾ ਵੀ ਉਹਨਾਂ ਤੋਂ ਹੁੰਦਾ ਉਹ ਕਰਦੇ ਆ। ਤੇ I think my family also credit goes to them. They didn't become too cocky or ego. They sort of they showed their true sort of nature, and I think it's all worked out well. And most of our growth came through connections within the business, whether there was subcontractors or other clients, or they said, hey, you've done a good job, why don't you take over this company, or there's opportunity here. And so it's one thing left to the other. I think so far we've been fortunate to have that, right? ਬਿਲਕੁਲ, ਜਿਵੇਂ ਤੁਸੀਂ ਦੱਸਿਆ ਹੈਗਾ ਹੈ ਕਿ ਜਿਵੇਂ ਜਿਵੇਂ ਤੁਸੀਂ ਕੰਮ ਕਰਦੇ ਰਹਿੰਦੇ ਆ, ਵੈਨ ਯੂ ਗੈਟ ਇਨਟੂ ਥਿੰਗਸ, ਤੇ ਉਦੋਂ ਉਵੇਂ ਉਵੇਂ ਤੁਹਾਨੂੰ ਐਕਸਪੀਰੀਅੰਸ ਹੁੰਦਾ ਜਾਂਦਾ ਹੈ, ਉਵੇਂ ਉਵੇਂ ਲੋਕਾਂ ਦਾ ਟਰਸਟ ਬਣਦਾ ਜਾਂਦਾ ਹੈ, ਐਂਡ ਯੂ ਆਰ ਗੈਟਿੰਗ ਟਰਸਟ ਫਰਮ ਅਦਰ ਪੀਪਲ ਟੂ। ਤੇ ਜਿਵੇਂ ਹੁਣ ਰੇਸਿਜ਼ਮ ਦੀ ਤੁਸੀਂ ਜੇ ਕਹੀਏ ਗੱਲ ਕਰੀਏ ਤਾਂ ਜਿਵੇਂ ਤੁਸੀਂ ਕਿਹਾ ਕਿ ਕੋਈ ਟੱਚ ਨਹੀਂ ਕਰਦਾ ਸੀ ਫੂਡ ਵੀ ਇਹ ਕੀ ਹੈਗਾ ਆ ਜਾਂ ਪਹਿਲਾਂ, ਤੇ ਉੱਦਾਂ ਦਾ ਕਿਸੇ ਬਿਜ਼ਨਸ ਦੇ ਵਿੱਚ ਕਿਸੇ ਰੇਸਿਜ਼ਮ ਦਾ ਵੀ ਸਾਹਮਣਾ ਕਰਨਾ ਪਿਆ, ਕੋਈ ਸਟੋਰੀ ਯਾਦ ਹੋਵੇ? I think ਜਿਹੜਾ ਫੂਡ ਦੀ ਟੱਚ ਦੀ ਗੱਲ, ਇਹ probably not racism, it's just because they never had experience. ਉਹਨਾਂ ਨੂੰ ਲੱਗਦਾ ਸੀ, even when US ਅਸੀਂ ਪਹਿਲਾਂ ਐਕੁਜ਼ੀਸ਼ਨ ਕੀਤਾ ਵੀ ਉਹਨਾਂ ਨੂੰ ਲੱਗਦਾ ਜੀ ਇਹ ਫੋਰੇਨਰ ਆ ਜਾਂ ਕੋਈ ਵੀ ਚੀਜ਼ ਆ। Of course
ਕੋਰਸ ਰੇਸਿਜ਼ਮ ਜਦ ਅਸੀਂ ਪਹਿਲਾਂ ਆਏ 80s ਦੇ ਵਿੱਚ, ਉਦੋਂ ਸਕੂਲੇ ਜਾਣਾ, ਤੁਰ ਕੇ ਜਾਣਾ ਜੀ, ਆਮ ਹੀ ਪੀਪਲ ਯੂਜ਼ ਟੂ ਕਾਲ ਯੂ ਨੇਮਸ ਵੈਨ ਯੂ ਵਾਕਿੰਗ ਬਾਏ, ਗੋ ਬੈਕ, ਇਹ ਉਹ। ਕਈ ਵਾਰ ਤਾਂ ਬੰਦਾ, ਆਈ ਵਾਜ਼ 15, ਯੂ ਗੈਟ ਡਿਪਰੈਸਡ, ਰਾਈਟ। ਹੁਣ ਮੈਨੂੰ ਪਤਾ ਲੱਗਦਾ ਕਿੰਨਾ ਟਫ ਟਾਈਮ, ਬਟ ਯੂ ਗੈਟ ਓਵਰ ਇਟ। ਉਹਦੇ ਨਾਲ ਬੰਦਾ, ਯੂ ਲਰਨ ਟੂ ਕੋਪ ਵਿਦ ਦੇਟ, ਵੀ ਮੈਂ ਮਿਹਨਤ ਕਰਨੀ ਹੈ ਜੋਬ ਦੇ ਵਿੱਚ। ਇਟਸ ਨਾਟ ਈਜ਼ੀ ਟੂ ਗੈਟ ਜੋਬ, ਯੂ ਗੈਟ ਓਵਰਲੁਕਡ। Sometime even when I became project manager, whatever, you go with the other person, ਉਹਨਾਂ ਨੇ ਸੋਚਣਾ, and later on I was the sort of owner of the company, ਤੇ ਜਾਂ ਕਿਸੇ ਦੇ ਨਾਲ ਉਹਨਾਂ ਨੇ ਸੋਚਣਾ ਆਈ ਐਮ ਵਰਕਿੰਗ ਫॉर ਮਾਈ ਵਰਕ, ਰਾਈਟ। ਕੋਈ ਬੰਦੇ ਦੀ ਇਹ ਹਿਊਮਨ ਨੇਚਰ ਹੈ, ਰਾਈਟ। ਉਹਦੇ ਵਿੱਚ ਇਹ ਆ ਵੀ ਇਟਸ ਸ਼ਾਰਟ ਲਿਵਡ ਹੁੰਦਾ, ਬਟ ਇਫ ਯੂ ਹੈਵ ਪੀਪਲ ਗੈਟ ਟੂ ਨੋ ਯੂ, I think just communicate ਕਰਦੇ ਆ, they see what you do, and I think then it's all temporary thing. But of course if you ਕਹਦੇ ਜੇ ਵੀ ਇਹ ਚੀਜ਼ਾਂ ਨਹੀਂ ਐਗਜ਼ਿਸਟ ਕਰਦੀਆਂ, ਇਹ ਵੀ ਨਹੀਂ reality. But I think those are my childhood, early years, teens and whatever. ਉਹਨਾਂ ਨਾਲ ਹੁਣ ਮੈਂ ਦੇਖਦਾ ਕਿ ਨਾ ਤਾਂ ਉੱਤੇ ਮਨੀ ਸੀ, ਨਾ ਕੋਈ ਨੈਪੋਟਿਜ਼ਮ ਸੀਗਾ, ਰਾਈਟ। ਥੋੜਾ ਯੂ ਹੈਡ ਟੂ ਵਰਕ ਹਾਰਡ, ਯੂ ਹੈਡ ਟੂ ਡੂ ਐਕਸਟਰਾ। ਉਹ ਚੀਜ਼ਾਂ, ਉਹ ਸਕਿੱਲਸ ਜਿਹੜੀਆਂ ਅਸੀਂ ਡਿਵੈਲਪ ਕੀਤੀਆਂ, ਹੁਣ ਥਿੰਗਸ ਲਾਈਕ ਦਿਸ, ਅੱਜ ਕੋਵਿਡ ਦੀ ਕ੍ਰਾਈਸਿਸ ਆ, ਬਿਜ਼ਨਸ 'ਤੇ ਸਟ੍ਰੈਸ ਆ, ਜਾਂ ਕੈਸ਼ ਮੈਨੇਜਮੈਂਟ ਆ, ਸਾਰੀਆਂ ਚੀਜ਼ਾਂ life teaches you and it makes you strong. I think a lot of people, those who survive this COVID and whatever's going to happen to economically afterwards, it'll make them strong, right? I think we coming out of a 2008 recession, there was tough times, but I think made us stronger and well positioned for this type of crisis, right? Yeah, I think in ਚੀਜ਼ਾਂ ਦੇ ਵਿੱਚ, I think ਆਪਾਂ realize ਨਹੀਂ ਕਰਦੇ, we think a lot of times, especially people who have this entrepreneurial bug, they're always too optimistic. They think nothing's going to happen, we're going to conquer the world. But now I think people will pause and realize things can, different things can happen. So they have to have sort of plan B, right? ਬਿਲਕੁਲ ਬਿਲਕੁਲ। ਕੋਵਿਡ-19 ਦੀ ਤਾਂ ਸਿਚੁਏਸ਼ਨ ਹੀ ਅਲੱਗ ਬਣੀ ਹੋਈ ਹੈ ਕਿ ਇਹ ਡਿਫਰੈਂਟ ਤਰ੍ਹਾਂ ਦੀ ਜਿਹੜੀ ਡਿਸੀਜ਼ ਕਹਿ ਲਓ ਕਿ ਹੱਥ ਲਾਏ ਨਾਲ ਫੈਲ ਰਹੀ ਹੈਗੀ ਹੈ, ਕੋਲ ਖੜ ਕੇ ਫੈਲ ਰਹੀ ਹੈਗੀ ਹੈ, ਬਹੁਤ ਸਾਰੀਆਂ ਗਾਈਡਲਾਈਨਸ ਆ ਰਹੀਆਂ ਨੇ। ਸੋ ਮੈਨੂੰ ਲੱਗਦਾ ਹਰ ਕਿਸੇ ਦੇ ਲਈ, ਐਵਰੀ ਸਿੰਗਲ ਪਰਸਨ ਦੇ ਲਈ ਇੱਕ ਡਿਫਰੈਂਟ ਕਹਿ ਲਓ ਡਿਫਰੈਂਟ ਚੁਣੌਤੀ ਹੈਗੀ ਹੈ ਕਿ ਡਿਫਰੈਂਟ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ, ਡਿਫਰੈਂਟ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਜਿਵੇਂ ਹੁਣ ਤੁਸੀਂ ਦੱਸਿਆ ਕਿ ਦਿੱਲੀ ਦੇ ਵਿੱਚ ਵੀ ਤੁਹਾਡੀ ਇਹ ਕੰਪਨੀ ਹੈਗੀ ਹੈ, ਦਿੱਲੀ ਦੇ ਵਿੱਚ ਵੀ ਕੰਮ ਹੋ ਰਿਹਾ ਹੈਗਾ, ਪਰ ਇਸ ਟਾਈਮ ਦੇ ਉੱਤੇ ਇੰਡੀਆ ਪੂਰਾ ਲੋਕਡਾਊਨ ਹੈਗਾ ਆ। ਜਿਵੇਂ ਹੁਣ ਸਾਡੇ ਕੋਲ ਤਾਂ ਫਿਰ ਵੀ ਈਜ਼ ਹੈਗੀ ਆ, ਵੀ ਕੈਨ ਗੋ ਆਊਟ, ਹੈ ਨਾ, ਅਤੇ ਥੋੜ੍ਹਾ ਬਹੁਤ ਕੰਮ ਵੀ ਚੱਲ ਰਿਹਾ ਹੈਗਾ। ਪਰ ਜੇ ਇਫ ਵਿਲ ਟਾਕ ਅਬਾਊਟ ਇੰਡੀਆ, ਉੱਥੇ ਬਿਲਕੁਲ ਲੋਕਡਾਊਨ ਹੈਗਾ ਆ। ਉੱਥੇ ਜਿਹੜੇ ਵਰਕਰਸ ਹੈਗੇ ਆ, ਉਹਨਾਂ ਦੇ ਲਈ ਤੁਹਾਡੀ ਕੰਪਨੀ ਕਿੱਦਾਂ ਕਰ ਰਹੀ ਹੈਗੀ ਹੈ, ਕਿਵੇਂ ਤੁਸੀਂ ਕੰਮ ਕਰ ਰਹੇ ਹੋ ਉੱਥੇ? I think ਜਿਹੜੀ ਸਾਡੀ ਆਫਿਸ ਸਟਾਫ ਜਾਂ ਮੈਨੇਜਮੈਂਟ ਆ, ਉਹਨਾਂ ਕੋਲ ਤਾਂ ਦੇ ਆਲਸੋ ਹੈਵ ਕਰਫਿਊ ਪਾਸਿਸ, ਦੇ ਕੈਨ ਗੋ, ਬਿਕਾਜ਼ ਸਾਡੇ ਕੋਲ ਮੇਨ ਆਫਿਸ ਸਾਡਾ ਸਾਊਥ ਦਿੱਲੀ ਓਖਲਾ ਫੇਜ਼ 2 'ਚ ਆ, ਅਤੇ ਸਾਡੀ ਯਾਰਡ ਆ ਦਿੱਲੀ ਜਲਬੋਰ ਕੇਸ਼ਵਪੁਰ, ਸੋ ਦੇ ਕੈਨ ਕਮਿਊਨੀਕੇਟ, ਬਿਕਾਜ਼ ਵੀ ਆਰ ਆਲਸੋ ਟਰਾਈਂਗ ਟੂ ਕੀਪ ਪੀਪਲ ਬਿਜ਼ੀ ਐਂਡ ਵਟਐਵਰ। ਕਿ ਜਿਹੜੇ ਸਾਡੇ ਸਬ ਕਾਨਟਰੈਕਟਰ ਆ, ਜਿਹੜੇ ਸਪਲਾਈ ਕਰਦੇ ਲੇਬਰ, ਉਹਨਾਂ ਦੇ ਕੋਲ ਕਈ ਮਾਈਗਰੈਂਟ ਵਰਕਰਸ ਆ, ਰਾਈਟ, ਦੇ ਓਨਲੀ ਵਰਕ ਔਨ ਡੇ ਲੇਬਰ, ਤੇ ਬਾਅਦ 'ਚ whether they from Bihar, UP and they come to Delhi for work, right? So ਉਹਨਾਂ ਲਈ ਔਖਾ ਸੀਗਾ, so what we made a sort of a decision, and we're working with our subcontractor to make sure they're fed and looked after while there's a pause on the operations, right? So say ਉਹੀ ਚੀਜ਼ ਅਸੀਂ ਕਰ ਰਹੇ ਹਾਂ, ਤੇ ਦੂਸਰੇ ਬਾਕੀ ਜਿਹੜਾ ਆਫਿਸ ਸਟਾਫ ਆ, some of them are just basically at home, or because problem ਇਹ ਨਹੀਂ ਹੈ ਵੀ you keeping them employed, but you know people want to do stuff, right? Especially ਜਿਹੜੇ ਆਪਾਂ ਖਾਸ ਕਰ ਜੋ ਪੰਜਾਬੀ ਦੇ ਜਾਂ ਇੰਡੀਅਨ ਕਹਿ ਲਓ, ਜੋ people don't want free money, they want to be doing something and adding value, right? ਉਹਨਾਂ ਨੂੰ whether so we are saying just get training, equipment maintain ਕਰ ਲਓ, ਜਿਹੜੇ ਮਕੈਨਿਕਸ ਆ ਸਾਡੇ, ਜਾਂ ਜਿਹੜੇ ਸਾਡੇ ਇੰਜੀਨੀਅਰਸ ਵਗੈਰਾ ਆ, look at other system refining ਜਾਂ ਕੁਛ ਕਰਕੇ ਟੈਕਸੇਸ਼ਨ ਦੀ ਜਿਹੜਾ ਪੈਂਡਿੰਗ ਕੰਮ ਆ, ਉਹਨਾਂ ਨੂੰ ਕੁਛ ਕਰ ਲਓ ਜੀ। ਸੋ we trying to keep them busy, ਤੇ ਬਾਕੀ ਦਾ ਤਾਂ ਜਿਹੜਾ ਹੁਣ whenever it opens up, then we'll be there in good position to jump back into it. ਬਿਲਕੁਲ। ਇੱਥੋਂ ਦੀ ਸਿਚੁਏਸ਼ਨ ਬਾਰੇ ਗੱਲ ਕਰਾਂਗੇ ਕਿ ਕਿੱਦਾਂ ਹੋਰ ਬਿਜ਼ਨੈਸਿਸ ਨੂੰ ਸਰਵਾਈਵ ਕਰਨਾ ਪੈ ਰਿਹਾ ਹੈਗਾ ਇਹਨਾਂ ਕੰਡੀਸ਼ਨਸ ਦੇ ਵਿੱਚ, ਪਰ ਇੱਕ ਬ੍ਰੇਕ ਲਾ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ। ਬਿਲਕੁਲ, ਥੈਂਕ ਯੂ। ਸੋ ਮਿਸਟਰ ਮੈਨ ਦੇ ਨਾਲ ਇਸ ਤਰ੍ਹਾਂ ਹੀ ਗੱਲਬਾਤ ਜਾਰੀ ਰਹੇਗੀ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ, ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਬੈਕ ਆਫਟਰ ਸ਼ਾਰਟ ਬ੍ਰੇਕ ਯੂ ਆਰ ਵਾਚਿੰਗ ਸਾਂਝਾ ਟੀਵੀ ਤੇ ਸਾਂਝਾ ਟੀਵੀ ਦੇ ਉੱਤੇ ਗੱਲਬਾਤ ਹੋ ਰਹੀ ਹੈ ਅੱਜ ਮਿਸਟਰ ਮਾਨ ਦੇ ਨਾਲ। ਸੋ ਮਿਸਟਰ ਮਾਨ, ਜਿੱਦਾਂ ਆਪਾਂ ਤੁਹਾਡੇ ਬੈਕਗ੍ਰਾਉਂਡ ਬਾਰੇ ਗੱਲ ਤਾਂ ਕਰ ਲਈ ਹੈ, ਪਰ ਹੁਣ ਗੱਲਬਾਤ ਕਰਦੇ ਹਾਂ ਹੁਣ ਦੀ ਸਿਚੁਏਸ਼ਨ ਦੀ। COVID-19 ਕਰੋਨਾ ਵਾਇਰਸ, ਸੋ ਅਸੀਂ ਸਾਰੇ ਇੱਕ ਤਰ੍ਹਾਂ ਨਾਲ ਨਾ ਪਤਾ ਨਹੀਂ ਲੱਗ ਰਿਹਾ ਕੀ ਕੀਤਾ ਜਾਵੇ। ਪੀਪਲ ਆਰ ਐਟ ਹੋਮ, ਕਈ ਕੰਟਰੀਆਂ ਨੇ ਲੋਕਡਾਊਨ ਕਰ ਦਿੱਤਾ ਹੈਗਾ ਆ। ਜਿਵੇਂ ਬ੍ਰੇਕ ਤੋਂ ਪਹਿਲਾਂ ਆਪਾਂ ਇੰਡੀਆ ਦੀ ਵੀ ਗੱਲ ਕੀਤੀ, ਉੱਥੇ ਪ੍ਰੋਪਰ ਲੋਕਡਾਊਨ ਹੈਗਾ। USA ਦੀ ਕੰਡੀਸ਼ਨ ਬਹੁਤ ਖਰਾਬ ਹੈਗੀ ਆ। ਥੈਂਕਫੁਲੀ ਕਿ ਅਸੀਂ ਕੈਨੇਡਾ ਲੋਅਰ ਮੇਨਲੈਂਡ ਦੇ ਵਿੱਚ ਕਰਵ ਨੂੰ ਫਲੈਟ ਕਰਨ ਦੇ ਨੇੜੇ ਆ, ਪਰ ਇੰਪੈਕਟ ਜਿਹੜਾ ਬਿਜ਼ਨਸਿਸ ਦੇ ਉੱਤੇ ਹੈਗਾ ਆ ਸਟਿਲ ਉਨਾ ਹੀ ਆ ਜਿੰਨਾ ਬਾਕੀ ਕੰਟਰੀਜ਼ ਦੇ ਵਿੱਚ ਹੈਗਾ ਆ। ਸੋ ਹੁਣ ਕਿੱਦਾਂ ਟੈਕਲ ਕਰ ਰਹੀ ਹੈਗੀ ਹੈ BM ਗਰੁੱਪਸ ਇਸ ਸਿਚੁਏਸ਼ਨ ਦੇ ਨਾਲ? I think ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤਾ ਸੀ, ਮੇਨ ਥਿੰਗ ਇਜ਼ ਵੈਨ ਯੂ ਹੈਵ ਗੁੱਡ ਟਾਈਮ ਯੂ ਹੈਵ ਟੂ ਪਲਾਨ। I think we are fortunate ਵੀ ਸਾਡੇ ਜਿਹੜੇ ਪੋਰਟਫੋਲੀਓ ਦੇ ਵਿੱਚ ਡਿਫਰੈਂਟ ਟਾਈਪ ਆਫ ਬਿਜ਼ਨਸ ਲਾਈਨਸ ਆ, ਸੋ ਵੀ ਹੈਲਪ ਇੱਕ ਘੱਟ ਵੀ ਵਰਕ ਸ਼ੇਅਰ ਜਿਹੜੇ ਦੂਸਰੇ ਬੰਦੇ ਵੀ ਆ ਜਿਹਦਾ ਪੈਂਡਿੰਗ ਕੰਮ ਹੈ, ਪਹਿਲਾਂ ਵੀ ਗੱਲ ਕੀਤਾ ਵੀ ਆ ਸੋਰਟ ਆਫ ਗੈਟਿੰਗ ਦੋਜ਼ ਥਿੰਗਸ ਡਨ ਰਾਈਟ। ਦੂਸਰੀ ਗੱਲ ਇਹ ਆ ਵੀ ਜਦੋਂ somebody wise person said borrow money when you can, you have to prepare when things are good, going good, ਵੀ ਇਹ ਚੀਜ਼ਾਂ ਹੋ ਸਕਦੀਆਂ ਰਾਈਟ। ਉਹਨਾਂ ਦੇ ਨਾਲ we were sort of on a good footing going into this right। ਤੇ ਦੂਜੀ ਗੱਲ ਇਹ ਆ ਵੀ ਅਸੀਂ ਸਾਡਾ ਜਿਹੜਾ ਸਰਵਿਸ ਟਾਈਪ ਆਫ ਵਰਕ ਹੈ still continuing, construction is not being impacted that much severely। ਉਹਦੇ ਵਿੱਚ ਅਸੀਂ ਪ੍ਰੋਪਰ ਪ੍ਰੋਟੋਕਾਲ ਕਰਕੇ ਆਪਣੀ ਡਿਸਟੈਂਸਿੰਗ ਹਾਈਜੀਨ ਦੇ ਅਸੀਂ ਕੰਮ ਕਰ ਰਹੇ ਹਾਂ। ਤੇ ਜਿਹੜੇ ਦੂਜੇ ਆਪਰੇਸ਼ਨ ਜਿਹੜੇ ਸਲੋ ਵੀ ਆ ਉਹਨਾਂ ਦੀ ਹੈਲਪ ਦੇ ਨਾਲ ਉਹਨਾਂ ਦੀ ਵੀ ਮਦਦ ਹੋ ਰਹੀ ਆ। ਆਈ ਥਿੰਕ ਬਿਗੇਸਟ ਇੰਪੈਕਟ ਫॉर us is the Seattle and Portland offices. They are sort of suffering more because a lot of the projects are sort of airports and whatever, they sort of shut down right। ਤੇ ਸਾਡੇ ਲਈ ਇਹ ਆ ਵੀ ਅਸੀਂ ਮੈਂ as a company ਦੇ ਵਿੱਚ, because I don't work in the business that much, keeping a morale high। We recently, a few weeks ago, lost a young man with heart attack from our Vancouver, Portland office। ਉਹਦੇ ਵਿੱਚ ਇਹੀ ਸੀ ਬੰਦਾ ਸੋਚਣ ਲੱਗ ਪੈਂਦੇ ਲੋਕੀ what's can happen। ਜਿਨ੍ਹਾਂ ਦੇ ਬੱਚੇ ਯੰਗ ਆ, ਜਿਨ੍ਹਾਂ ਨੇ ਅਪ ਐਂਡ ਡਾਊਨ ਹਲੇ ਜ਼ਿੰਦਗੀ ਦੇ ਦੇਖੇ ਨਹੀਂ ਵੀ is my mortgage going to be paid, is my car on payments, is it going to be food on the table। So I think people can go into depression and whatever। So other business people, other people, government, this is a beautiful country and government is so compassionate। You look at Trudeau every day, he's sort of talking to people and they're introducing new things right। Whether you qualify or not, that's beside the point। I think things will get over, we're all in it together, government and people alike, business people or workers, ਸਾਰੇ ਬੰਦੇ ਇਕੱਠੇ ਹੀ ਹੈ ਇਹਦੇ ਵਿੱਚ right। So just to keep people's morale up, what we are doing is make sure they have first of all, those who want to work or capable of working, they have jobs। We're carrying on with our projects, talking to the clients if we can do the work safely। And ਦੂਸਰੀ ਵਾਲੇ ਆ ਵੀ ਕਈ ਬੰਦੇ ਜਿਹੜੇ because they can't travel in groups and whatever, ਉਹਨਾਂ ਦੀ ਸ਼ਾਇਦ ਕੋਸਟ ਜ਼ਿਆਦਾ ਹੋਵੇ ਜਾਂ ਡੇ ਕੇਅਰ ਦੇ ਐਕਸਪੈਂਸ ਹੋਣ ਜਾਂ ਸਕੂਲ ਦੇ ਆ, ਵੀ ਆਰ ਹੈਲਪਿੰਗ them financially। ਉਹਨਾਂ ਦੀ ਵੇਜਿਸ ਐਡਜਸਟ ਕੀਤੀਆਂ ਜਾਂ ਉਹਨਾਂ ਨੂੰ ਉੱਦਾਂ ਥੋੜ੍ਹਾ ਕੈਸ਼ ਬੋਨਸ ਜਾਂ ਸਟਾਈਪੈਂਡ ਕੁਛ ਦੇ ਰਹੇ ਹਾਂ ਵੀ, ਸੋ ਦੇ ਵਟ ਐਵਰ ਵੀ ਕੈਨ ਹੈਲਪ ਵਿਦ ਰਾਈਟ। ਸੋ ਉਹ ਚੀਜ਼ਾਂ ਅਸੀਂ ਕੰਪਨੀ ਦੇ ਤੌਰ 'ਤੇ ਕਰ ਰਹੇ ਹਾਂ। ਮੋਰ ਦੈਨ ਦੈਟ, we are going to sites with proper precaution managers and whatever, and so they can see that we are also out there, we are not leaving people alone and on their own to work, and we are sort of sitting in the offices and whatever right। So ਉਹ ਚੀਜ਼ਾਂ being a part of the team, and it's also important ਹੁਣ ਕਿਸੇ ਨੇ ਤਾਂ ਕੰਮ ਤਾਂ ਕਰਨਾ ਹੀ ਹੈ right। ਚਾਹੇ front line workers, we are so sort of appreciative of that। same thing in our line of business। ਜੀ ਹੁਣ ਸਾਡੀ roofing division ਆ, they do high end sort of ਬਿਲਡਿੰਗਾਂ ਦੇ ਵਿੱਚ ਕੰਮ, ਫਿਰ roof leaks, it needs to be fixed right। so ਉਹ ਚੀਜ਼ਾਂ ਜਾਂ ਹੋਰ ਚੀਜ਼ਾਂ ਆ ਜਿਹੜੀਆਂ ਸੇਫਟੀ ਨਾਲ environment ਨਾਲ related ਆ, ਉਹ ਕਰਨੀਆਂ ਹੀ ਪੈਣੀਆਂ right। ਜਾਂ people have a fixed contracts, deadlines ਆ, ਤੇ they have a huge financial implication if works don't get done on time। so ਉਹਦੇ ਲਈ ਸਾਨੂੰ ਕੰਮ ਕਰਨਾ ਪੈਣਾ, but we are working with that। I think I think so far it's good, we are making do, and I think everybody thankfully is healthy, and we are making sure that people have proper PPE and all those things। We have hygienists on staff and safety guys, they're extra careful in these times to make sure that so everybody goes home safely।
ਬਿਲਕੁਲ ਜੇ ਹੁਣ ਅਸੀਂ ਫੈਡਰਲ ਗਵਰਨਮੈਂਟ ਦੀ ਗੱਲ ਕਰੀਏ ਦੇ ਆਰ ਗਿਵਿੰਗ ਅਸ ਬੈਨੀਫਿਟਸ ਉਹਨਾਂ ਨੇ ਬਹੁਤ ਘਰੇ ਬੈਠਿਆਂ ਨੂੰ ਜੇ ਆਮ ਵਰਕਰਸ ਦੀ ਗੱਲ ਕਰੀਏ ਇਫ ਦੇ ਡੋਂਟ ਹੈਵ ਜੌਬ ਦੇ ਆਰ ਗਿਵਿੰਗ CERB ਸੋ ਐਮਰਜੈਂਸੀ ਫੰਡ ਦੇ ਰਹੀ ਹੈਗੀ ਹੈ $2,000 ਫਰਮ देयर ਪਾਕਟ ਬਿਜ਼ਨੈਸਿਸ ਨੂੰ ਵੀ ਹੈਲਪ ਕਰ ਰਹੀ ਹੈਗੀ ਹੈ ਸਮਾਲ ਬਿਜ਼ਨੈਸਿਸ ਜਿਹੜੇ ਹੈਗੇ ਆ ਮੀਡੀਅਮ ਸਾਈਜ਼ ਬਿਜ਼ਨਸ ਹੈਗੇ ਆ ਉਹਨਾਂ ਦੀਆਂ ਅਨਾਉਂਸਮੈਂਟ ਲਗਾਤਾਰ ਆ ਰਹੀਆਂ ਨੇ ਬਟ ਜਿਹੜੀਆਂ ਫੰਡਿੰਗ ਗਵਰਨਮੈਂਟ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਤੁਹਾਨੂੰ ਕੋਈ ਫਾਇਦਾ ਮਿਲਣ ਵਾਲਾ ਹੈ ਜਾਂ ਤੁਹਾਡੇ ਨੂੰ ਤੁਹਾਡੇ ਬਿਜ਼ਨਸ ਨੂੰ ਕੁਝ ਉਹਦੇ ਨਾਲ ਬੈਨੀਫਿਟ ਹੋਣਗੇ ਆਈ ਥਿੰਕ ਸਾਨੂੰ ਤਾਂ ਸ਼ਾਇਦ ਕਿ ਸਾਡੇ ਥੋੜੇ ਲਾਰਜਰ ਸਕੇਲ ਤੇ ਹੈ ਕਈ ਬਿਜ਼ਨੈਸਿਸ ਤਾਂ ਨਹੀਂ ਫਾਇਦਾ ਹੋ ਬਟ ਦੈਟਸ ਓਕੇ ਬਿਕਾਜ਼ ਇਫ ਅਦਰ ਪੀਪਲ ਬੈਨੀਫਿਟ ਸਾਨੂੰ ਤਾਂ ਫਾਇਦਾ ਹੈ ਬਿਕਾਜ਼ ਲਾਈਕ ਇਨ ਆਰ one side of our business is development and spec building ਲੋਕਾਂ ਕੋਈ ਜੌਬਸ ਹੋਣਗੀਆਂ ਦੇ ਵੈਲ ਆਫ ਹੋਣਗੇ ਤਾਂ ਹੀ ਬਿਲਡਿੰਗ ਜਾਂ ਯੂਨਿਟਸ ਖਰੀਦਣਗੇ ਰਾਈਟ ਸੋ ਦੂਜੀ ਆ ਵੀ ਜਿਹੜੇ ਕੰਜ਼ਿਊਮਰ ਦਾ ਕੌਨਫੀਡੈਂਸ ਹੋਣਾ ਚਾਹੀਦਾ ਇਫ ਦੇ ਹੈਵ ਮਨੀ ਕਮਿੰਗ ਇਨ ਵੈਦਰ ਇਟਸ ਅ ਗਵਰਨਮੈਂਟ ਹੈਲਪ ਔਰ ਜੌਬ ਹੈਲਪ ਇਟ ਵਿਲ ਡੈਫੀਨਿਟਲੀ sort of economy ਦਾ ਸਾਈਕਲ ਚੱਲੂਗਾ ਰਾਈਟ ਬਟ ਜੇ ਕੋਈ ਪ੍ਰੋਗਰਾਮ ਆਇਆ ਵੀ ਕੁਆਲੀਫਾਈ ਦੈਨ ਵਿਲ ਟਰਾਈ ਟੂ ਟੇਕ ਐਡਵਾਂਟੇਜ ਬਟ ਉਹ ਸਾਡਾ ਇੰਨਾ focused. I think we are doing okay. I think within the company, but I think a lot of those programs are more targeted for smaller businesses. I think they need more than us, right? If they are gay, I think they say where we have to sort of show a little bit leadership. We have to hog na kari jehde bande nu pehla load hai, let them go ahead apply. There be time. There's lots of time that we can look back, and if there's some places we can help, we will do that, right? I think ਉਹੀ ਸਾਡੇ ਵੀ ਬਿਜ਼ਨਸ ਦੇ ਵਿੱਚ ਜੇ ਅਸੀਂ ਚੱਲਦੇ ਹਾਂ ਅਸੀਂ ਬਿਲਡਿੰਗ ਬਣਾਉਂਦੇ ਹਾਂ ਇਹਦੇ ਕਈ ਸਬ ਟ੍ਰੇਡ ਸਮੋਲਰ ਹੈਗੇ ਜਿਹੜੇ ਇੱਕ ਸਿੰਗਲ ਟ੍ਰੇਡ ਅਰਨਰ ਆ ਤਾਂ ਮੇਕ ਸ਼ੋਰ ਦੈਟ ਦੇ ਹੈਵ ਮਨੀ ਕਮਿੰਗ ਇਨ ਪ੍ਰੋਜੈਕਟ ਬਣੀ ਜਾਊਗੇ ਬੈਂਕਸ ਲੈਂਡ ਦਾ ਮਨੀ ਐਂਡ ਦੇ ਗੈਟ ਟੂ ਡੂ ਦੇਅਰ ਵਰਕ ਜੇ ਇੱਕ ਬੰਦੇ ਪਾਸੇ ਪਾਈਪਲਾਈਨ ਰੁਕ ਜਾਂਦੀ ਹੈ ਤਾਂ ਸਾਰਾ ਚੇਨ ਹੀ ਸਪਲਾਈ ਚੇਨ ਰੁਕ ਜਾਂਦੀ ਹੈ ਬਿਲਕੁਲ ਇਹ ਤਾਂ ਲਾਈਕ ਸਾਰੇ ਟੁਗੈਦਰ ਜਦੋਂ ਵਰਕ ਕਰਦੇ ਆ ਉਦੋਂ ਹੀ ਹੁੰਦਾ ਆ ਹੁਣ ਬੈਂਕ ਵੀ ਜਿਹੜੇ ਹੈਗੇ ਆ ਇੰਟਰਸਟ ਰੇਟ ਉਹਨਾਂ ਨੇ ਵੀ ਇੱਕ ਥਾਂ ਤੇ ਪੌਜ਼ ਕਰ ਦਿੱਤੀ ਆ ਪਿਛਲੇ ਕਾਫੀ ਟਾਈਮ ਤੋਂ ਪੌਜ਼ ਕਰਦੇ ਆ ਰਹੇ ਆ ਸੋ ਕੁੱਲ ਮਿਲਾ ਕੇ ਐਵਰੀਬਡੀ ਇਜ਼ ਵਰਕਿੰਗ ਟੁਗੈਦਰ ਤਾਂ ਕਿ ਅਸੀਂ ਇਸ ਸਿਚੁਏਸ਼ਨ ਤੋਂ ਨਿਕਲ ਸਕੀਏ ਇਕੋਨਮੀ ਤੇ ਬਹੁਤ ਵੱਡਾ ਅਸਰ ਪੈਣ ਵਾਲਾ ਆ ਸੋ ਇੰਪੈਕਟ ਸਭ ਤੋਂ ਵੱਡਾ ਪਏਗਾ ਇਕੋਨਮੀ ਦੇ ਉੱਤੇ ਸੋ ਅਸੀਂ ਡੇਟੇ ਨੂੰ ਵੀ ਜੇ ਗੱਲ ਕਰੀਏ ਤਾਂ 2020 ਦੇ ਵਿੱਚ ਇਕੋਨਮੀ ਜਿਹੜੀ ਬਿਲਕੁਲ ਡਾਊਨ ਜਾਣ ਵਾਲੀ ਹੈ ਤੇ 2021 ਦੇ ਵਿੱਚ ਥੋੜੀ ਜਿਹੀ ਰਾਈਜ਼ ਕਰੂਗੀ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਕੋਨਮੀ ਤੇ ਜਿਹੜਾ ਇੰਪੈਕਟ ਪਊਗਾ ਬਿਜ਼ਨੈਸਿਸ ਨੂੰ ਕਿਸ ਤਰ੍ਹਾਂ ਦਾ ਇੰਪੈਕਟ ਪਹੁੰਚਾਏਗਾ I think businesses, the ਪਹਿਲਾਂ ਵੀ before this thing, there was talks about a global recession because if you look at the recession cycles, people were talking about whether it's going to happen in 2020 or 2021. But I think ਉਹਨੂੰ ਕਈ ਆਫ ਚੀਜ਼ਾਂ ਹੁਣ ਆਫਸੈਟ ਕਰਕੇ ਇੱਕ ਤਾਂ ਪੈਂਟ ਅਪ ਡਿਮਾਂਡ ਹੋ ਗਈ ਹੈ people economy sort of been put on hold. ਜਦੋਂ things will normalize, eventually people will buy more and will return. But in the long term, I think things will change. I mean, you can't say the things will stay the same. People, the spending habits going to change. Way of doing business is going to change, right? When the working from home, I think there's going to be a major shift, and people's attitude towards things will change. Maybe the type of jobs will change, right? ਉਹਦਾਂ ਵਿੱਚੋਂ the new opportunities ਵੀ ਆਉਣਗੀਆਂ ਕਈ ਚੀਜ਼ਾਂ ਥੋੜ੍ਹੀਆਂ ਸਕੇਲ ਬੈਕ ਵੀ ਹੋਣਗੀਆਂ ਰਾਈਟ ਬਟ ਵੀ ਹੈਵ ਟੂ ਬੀ ਕੇਅਰਫੁਲ ਆਈ ਥਿੰਕ ਇਹ ਵਿੱਚ ਆਪਾਂ ਇੱਕ ਚੀਜ਼ ਤਾਂ ਸਿੱਖੀ ਹੈ ਸਾਰਿਆਂ ਨੇ ਆਈ ਹੈਵ ਅ ਯੰਗ daughters and a boy at home I can see with the lockdown or slowdown and there's not too many bags coming home full of stuff right how little you can survive with right you look at your gas bill you look at your grocery bill you're not eating out I mean there's a lot of wastage in our society right so ਉਹਦੇ ਵਿੱਚ ਕਈ ਚੀਜ਼ਾਂ ਆਪਾਂ ਉੱਦਾਂ ਵੀ ਘੱਟ ਕਰ ਸਕਦੇ ਹਾਂ especially people as you are sort of getting into the older years of your life ਬੰਦਾ ਕਹਿੰਦਾ ਹਾਂ I need to not stretch too much and not take too many risks and have a little bit save for a rainy day and whatever I think this is what Canadians overall ਪਹਿਲਾਂ ਵੀ ਉਹਨਾਂ ਦਾ ਜਿਹੜਾ leverage debt ratio was quite a bit higher now hopefully people will learn and then it'll be a new reality wake up call for everybody right yeah that's true because we were into the race ਕਿ ਮੈਂ ਉਹਦੇ ਤੋਂ ਅੱਗੇ ਨਿਕਲ ਜਾਵਾਂ ਮੇਰੇ ਤੋਂ ਅੱਗੇ ਆ ਫਿਰ ਮੈਂ ਉਹ ਤੋਂ ਹੋਰ ਅੱਗੇ ਨਿਕਲ ਜਾਵਾਂ so we were into the race now it's like a pause ਹੋ ਗਿਆ ਸਾਰਾ ਕੁਝ ਇੱਕ ਥਾਂ ਤੇ ਬੈਠੇ ਆ and as you said ਕਿ ਹੁਣ shopping bags ਵੀ ਨਹੀਂ ਆ ਰਹੇ ਘਰ ਦੇ ਵਿੱਚ ਅਸੀਂ ਬਾਹਰ ਵੀ ਨਹੀਂ ਜਾ ਰਹੇ and ਅਸੀਂ ਮਨੀ ਸੇਵ ਵੀ ਕਰ ਰਹੇ ਹੈਗੇ ਆ sort of ਜਿਹੜੀ ਅਸੀਂ ਵੇਸਟ ਕਰ ਰਹੇ ਸੀ ਪਰ ਜਿਹੜੇ ਲੋਕ
ਇੰਨਾ ਜ਼ਿਆਦਾ ਨਹੀਂ ਕਰ ਰਹੇ, ਬਸ ਜਿੰਨਾ ਕਮਾ ਰਹੇ ਆ ਉਹੀ ਤੁਸੀਂ ਉਹਦੇ ਨਾਲ ਹੀ ਸਰਵਾਈਵ ਕਰ ਰਹੇ ਹੈਗੇ ਆ। ਹਾਇਰਿੰਗ ਦੇ ਉੱਤੇ ਕਿੰਨਾ ਕੁ ਅਸਰ ਪੈਣ ਵਾਲਾ ਹੈ, ਬਿਕਾਜ਼ ਹੁਣ ਜੌਬਸ ਨਹੀਂ ਹੈਗੀਆਂ ਗੀਆਂ, ਪਰ ਜਿਹੜੀਆਂ ਹਾਇਰਿੰਗ ਬਾਅਦ ਵਿੱਚ ਹੋਣਗੀਆਂ, ਬਾਅਦ ਵਿੱਚ ਜਦੋਂ ਲਾਕਡਾਊਨ ਖੁੱਲੂਗਾ ਅਗੇਨ ਕੰਮ ਸ਼ੁਰੂ ਹੋਊਗਾ, ਸੋ ਜਿਹੜੇ ਵਰਕ ਦੇ ਉੱਤੇ ਲੋਕਾਂ ਨੇ ਆਉਣਾ ਹੈਗਾ, ਹਾਇਰ ਕਰਨਾ ਹੈਗਾ ਲੋਕਾਂ ਨੂੰ, ਸੋ ਕਿਸ ਤਰ੍ਹਾਂ ਦਾ ਇੰਪੈਕਟ ਹੋਏਗਾ ਜੌਬਸ ਦੇ I ਉੱਤੇ? think jobs certain ਇੰਡਸਟਰੀ ਦੇ ਵਿੱਚ ਤਾਂ already shortage ਸੀਗੀ skilled labor ਤੇ ਦੂਜੇ, right, as people Canadian population is was aging, more people are exiting than entering, right? That's why the immigration was so important for us to bring students or skilled workers whatever into Canada. ਉਹ ਚੀਜ਼ਾਂ in the long term temporary ਸ਼ਾਇਦ ਥੋੜਾ ਲੱਲ ਜਿਹਾ ਆ ਜਾਏ, but I think those things are, I don't think we have to worry about the jobs in this part of the world, BC ਦੇ ਵਿੱਚ ਜਾਂ Canada in general, because a lot of people especially they were on the edge or looking to retire, ਉਹ ਕਹਿੰਦੇ ਹੁਣੇ ਜਾਂ ਜਿਹੜਾ ਬਿਜ਼ਨਸ ਸੀ small scope ਕਹਿੰਦੇ ਹੁਣੇ ਚਲੋ ਹੁਣ ਰਿਟਾਇਰਮੈਂਟ ਹੀ ਲੈ ਲੈਂਦੇ ਆ, right? I mean things are also, if you I think your focus on life is going to change. If people are scared to travel, do they really want to go to Mexico or Hawaii and spend the money? So the disposable income, ਬੰਦਾ ਕਹਿੰਦਾ ਮੈਂ ਘੱਟ ਖਾ ਲੈਣਾ, do I really want to go out and take risk going to restaurant? I'll do that. Some businesses will get affected. Maybe I hope it's sort of normalized over time, but definitely people, certain segment of the population will get overcautious, right? ਉਹਨਾਂ ਨੇ ਕਹਿਣਾ ਨਹੀਂ ਅਸੀਂ ਘਰੇ ਹੀ ਕਰ ਲੈਣਾ, ਉਹਦੇ ਨਾਲ ਇੱਕ ਤਾਂ ਬੰਦੇ ਦੀ you can make do with a lot less. ਪਹਿਲਾਂ ਵੀ ਇੰਡੀਆ 'ਚ ਗਰੋਇੰਗ ਅਪ ਇਸ਼ੂ ਹੀ ਹੁੰਦਾ ਸੀ, ਪਿੰਡ ਦੀ ਲਿਵਿੰਗ ਵਾਸ ਸਿੰਪਲ ਲਿਵਿੰਗ ਐਂਡ ਹਾਊ ਮਚ ਵੀ ਵਰ ਸਪੈਂਡਿੰਗ। ਸੋ ਮੈਨੂੰ ਆਈ ਸਟਿਲ ਰਿਮੈਂਬਰ ਲੋਟ ਆਫ ਟਾਈਮ ਮਾਈ ਫਾਦਰ ਐਂਡ ਅਦਰ ਪੀਪਲ ਵਿਲ ਸੇ you know it's a crop business, right? ਜੇ ਬੰਦਾ ਹੋ ਜਾਂਦਾ, if you don't have the money or you spend or you bought some land or whatever, just stop going to city. You don't go to city, you don't spend the money, right? ਉਹ same ਚੀਜ਼ ਇੱਥੇ ਆ, ਹੁਣ ਸਟੋਰਾਂ 'ਚ ਨਹੀਂ ਜਾਂਦੇ ਤਾਂ it's you have more, you can make do with less. ਬਿਲਕੁਲ ਸਹੀ ਗੱਲ ਹੈ। ਤੇ ਜੇ ਹੁਣ ਅਸੀਂ ਕਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਵੈਕਸੀਨ ਜਿਹੜਾ ਇਹਦਾ ਆ ਤੇ ਉਹ ਕਹਿ ਰਹੇ ਆ ਕਿ 1 ਤੋਂ 2 ਸਾਲ ਦੇ ਵਿੱਚ ਤੱਕ ਤਾਂ ਨਹੀਂ ਆ ਰਿਹਾ, ਉਦੋਂ ਤੱਕ ਤਾਂ ਸਾਨੂੰ ਜਿਹੜੀ ਫਿਜ਼ੀਕਲ ਡਿਸਟੈਂਸਿੰਗ ਆ ਉਹ ਮੇਨਟੇਨ ਕਰਕੇ ਰੱਖਣੀ ਹੀ ਪੈਣੀ ਆ। ਪਰ ਇਸ ਤੋਂ ਉਲਟ ਤੁਹਾਡਾ ਬਿਜ਼ਨਸ ਕਿਉਂਕਿ ਯੂਐਸ ਦੇ ਵਿੱਚ ਵੀ ਹੈਗਾ ਆ, ਪਰ ਜੋ ਯੂਐਸ ਦੇ ਮਿਸਟਰ ਟਰੰਪ ਨੇ ਉਹ ਕਹਿ ਰਹੇ ਨੇ ਕਿ ਮੈਂ ਇਕਨੋਮੀ ਖੋਲਣ ਜਾ ਰਿਹਾ ਹੈਗਾ ਆ। ਇਜ਼ ਦੈਟ ਅ ਗੁੱਡ ਆਈਡੀਆ? I think economy ਉਹਨਾਂ ਦਾ ਉਹਦਾ certain point he is good, because ਇਹਦੇ ਵਿੱਚ ਇਹ ਹੈ ਵੀ same thing is the economy. ਇੱਕ ਤਾਂ ਚਲੋ political angle ਲੈ ਲਓ, because US elections coming, he wants the economy. I think mental health ਵੀ people want to have food on the table at the end of the day, right? You can risk, do I really want to have 100% healthy? There's a risk in that. And do I really want to, I also want to have sort of some financial security and whatnot, right? Economy, thodi badi, I think if whenever is the right time, eventually it's going to have to open, right? For all these government programs, government can't just simply keep printing money, right? So it's a public apne ਸਾਰਿਆਂ ਦੇ ਹੀ ਪੈਸੇ ਆ, it's just a redistribution, and somebody can have to pay at the end of the day. So ਕੰਮ ਵੀ ਹੋਣੇ ਆ, health care ਵੀ ਹੋਣਾ, ਇਹ just ਇਹ ਜ਼ਰੂਰੀ ਨਹੀਂ ਵੀ ਇਹੀ virus, a pandemic, yeah, maybe it'll be another one, some different kind, because weather is changing, and over the last few sort of decades or whatever, ਉਹਦੇ ਨਾਲ ਗਾਹਾਂ ਸ਼ਾਇਦ ਵਾਇਰਸ ਔਰ ਇਹੋ ਤਰ੍ਹਾਂ ਦੀਆਂ ਹੋਰ ਬਿਮਾਰੀਆਂ, ਮਹਾਮਾਰੀਆਂ ਡਿਫਰੈਂਟ ਹੋ ਜਾਊਗੀ। ਪਰ ਇੱਕ ਚੀਜ਼ ਇਹਦੇ ਵਿੱਚ ਸਿੱਖਾਂਗੇ ਸਾਰੇ ਜਾਣੇ ਆਪਾਂ, ਇੱਕ ਤਾਂ ਜਿਹੜੇ ਬੰਦੇ ਹਾਈਜੈਨਿਕ ਜਿਹੜੇ ਤਰੀਕੇ ਆ, ਹੱਥ ਧੋਣਾ ਜਾਂ ਹੋਰ ਛੋਟੇ ਜਿਹੜੇ ਪਹਿਲੀਆਂ ਆਪਣੇ ਕਲਚਰ ਦੇ ਵਿੱਚ ਤਾਂ ਪਹਿਲਾਂ ਹੀ ਸੀਗਾ ਹੱਥ ਧੋ ਕੇ ਪ੍ਰਸ਼ਾਦਾ ਛਕਣਾ, ਮੂੰਹ ਢੱਕਣਾ ਜਾਂ ਜੂਜੀਆਂ 'ਚ ਸਿਰ ਢੱਕਣਾ, ਬਾਲਣਾ, ਉਹ ਚੀਜ਼ਾਂ ਦਾ ਕੋਈ ਰੀਜ਼ਨ ਸੀ, ਕੋਈ ਹਾਈਜੈਨਿਕ ਰੀਜ਼ਨ ਸੀ, ਤਾਂ ਹੀ ਤਾਂ ਉਹ ਸੀਗਾ। ਦੈਨ ਵੀ ਗਾਟ ਸੋ ਬੋਲਡ as humans that we said, this is all bogus, why is this happening? But now you look at it, it was probably, there's a reason why they were doing, their forefather were doing things, why they were eating certain type of food, and why they were sort of nurturing and caring or doing certain things certain way, right? ਉਹ ਚੀਜ਼ਾਂ ਹੀ ਹੁਣ ਸ਼ਾਇਦ ਇਹਦੇ ਵਿੱਚੋਂ ਆਪਾਂ ਸਾਰੇ ਸਿੱਖਾਂਗੇ। ਮੇਬੀ ਆਊਟ ਆਫ ਦਿਸ ਕਾਮਨ ਕੋਲਡ ਨਾਲ ਕਿੰਨਾ ਫਰਕ ਪੈਂਦਾ ਸੀ ਪ੍ਰੋਡਕਟਿਵਿਟੀ ਦੇ, ਦੂਜੇ ਤਾਂ ਮੇਬੀ ਪੀਪਲ ਵਿਲ ਬਿਕਮ more health conscious and they'll be more healthy in going forward, right? ਬਿਲਕੁਲ ਹਾਈਜੀਨ ਦਾ ਤਰੀਕਾ ਜੋ ਪਹਿਲਾਂ ਸੀਗਾ, ਅਸੀਂ ਕਹਿ ਰਹੇ ਹਾਂ ਕਿ ਇਹ ਹੁਣ ਸਾਡੀ ਨਾਰਮਲ ਲਾਈਫ ਹੋ ਗਈ ਹੈ, ਜਿਵੇਂ ਰੈਗੂਲਰ ਹੈਂਡ ਵਾਸ਼ ਕਰਨੇ, ਡਿਸਟੈਂਸ ਬਣਾ ਕੇ ਰੱਖਣਾ ਆ, ਪਰ ਇਹ ਰੈਗੂਲਰ ਵੀ ਸਾਨੂੰ ਕਰਦੇ ਰਹਿਣਾ ਚਾਹੀਦਾ। ਪਹਿਲਾਂ ਵੀ ਸਾਨੂੰ ਛੋਟੇ ਹੁੰਦੇ ਤੋਂ ਸਿਖਾਉਂਦੇ ਆ ਕਿ ਫੂਡ ਖਾਣਾ ਹੈ, ਚਲੋ ਗੋ ਵਾਸ਼ ਯੂਰ ਹੈਂਡਸ, ਹੈ ਨਾ। ਸੋ ਹੁਣ ਇਹ ਸਾਡਾ ਡੇਲੀ ਲਾਈਫ ਹੋ ਗਿਆ ਕਿ ਸੈਨੀਟਾਈਜ਼
ਐਕਸਰਸਾਈਜ਼ ਕਰੋ, ਹਾਈਜੀਨ ਜ਼ਿਆਦਾ ਵੱਧ ਰਹੀ ਹੈਗੀ ਹੈ। ਸੋ ਇਹ ਇੱਕ ਪਾਰਟ ਆਫ ਲਾਈਫ ਬਣ ਜਾਣਾ, ਇਦਾਂ ਹੀ ਚੱਲਦਾ ਰਹਿਣਾ ਆ। ਪਰ ਹੁਣ ਕਮਿਊਨਿਟੀ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਇਕੱਠੀਆਂ ਹੋ ਕੇ ਇਕਜੁੱਟ ਹੋ ਕੇ ਕੰਮ ਕਰਦੀਆਂ ਨੇ ਤੇ ਜਿਹੜੇ ਨੀਡੀ ਪੀਪਲ ਨੇ ਉਹਨਾਂ ਦੀ ਹੈਲਪ ਕਰਦੀਆਂ ਨੇ। ਪਰ ਤੁਸੀਂ ਤਾਂ ਇਸ ਕੋਵਿਡ-19 ਤੋਂ ਪਹਿਲਾਂ ਵੀ ਕਮਿਊਨਿਟੀ ਦੇ ਨਾਲ ਕਾਫੀ ਜੁੜੇ ਹੋਏ ਹੈਗੇ ਆ, ਸੋਸ਼ਲ ਸਰਵਿਸਿਜ਼ ਕਰਦੇ ਰਹਿੰਦੇ ਹੈਗੇ ਆ, ਚਾਹੇ ਉਹ ਹਸਪੀਟਲ ਦੇ ਲਈ ਹੋਵੇ ਜਾਂ ਕੋਈ ਵੀ ਫੰਡਿੰਗ ਹੋਵੇ। ਸੋ ਇਹ ਕਦੋਂ ਤੋਂ ਤੁਸੀਂ ਸਟਾਰਟ ਕੀਤਾ ਕਿ ਸਾਨੂੰ ਹੈਲਪ ਕਰਨੀ ਚਾਹੀਦੀ ਹੈ? ਆਈ ਥਿੰਕ ਇਹ ਤਾਂ ਅਸੀਂ ਪਹਿਲਾਂ ਤੋਂ ਹੀ, ਜਦੋਂ ਮਾਈ ਫਾਦਰ ਈਵਨ ਬੈਕ ਫਰਮ ਇੰਡੀਆ ਯੰਗ ਏਜ ਵੀ ਵਰ ਡੂਇੰਗ ਦਸਵੰਧ ਦਾ ਜਿੰਨੇ ਵੀ ਜੋ ਹੋ ਸਕਦੇ ਕਰਦੇ ਰਹੇ ਹਾਂ। ਵੋਲੰਟੀਅਰ ਜਦ ਪੈਸੇ ਨਹੀਂ ਸੀ ਹੁੰਦੇ, ਵੀ ਵੁੱਡ ਵੋਲੰਟੀਅਰ ਮੋਰ, ਐਂਡ ਨਾਓ ਦੈਟ ਵੀ ਕੈਨ ਅਫੋਰਡ ਟੂ we can contribute financially. Dusri, not only us, our employees, because we have more network of people within us, and they also have their organization that we sort of support quite a few of them, right? So मैं personally, as you know, I'm involved with Langley Memorial Hospital Foundation. ਉਹਦਾ ਅਸੀਂ fundraise ਕਰਦੇ ਹਾਂ every year, and other events, and if community 'ਚ ਹੁੰਦੀ, ਚਾਹੇ cultural events ਹੋਣ ਜਾਂ ਕੁਝ ਵੀ, ਜਿੰਨਾ ਤਿਲਫੁਲ ਹੁੰਦਾ we try to do, right? Main thing is that charity begins at home. ਪਹਿਲਾਂ ਤੁਸੀਂ ਆਪਣੇ ਘਰ ਦਾ ਜੇ ਤੁਸੀਂ ਕਰ ਲਓ, ਜੇ ਹੁਣ ਸਾਡੇ ਨਾਲ ਅਬਾਊਟ 500 ਫੈਮਿਲੀ ਡਾਇਰੈਕਟਲੀ ਲਿੰਕਡ ਆ, ਜੇ ਉਹਨਾਂ ਨੂੰ ਕਿਸੇ ਨੂੰ ਲੋੜ ਆ ਜਾਂ ਸਾਡੀ ਇਮੀਡੀਏਟ ਫੈਮਿਲੀ ਨੂੰ ਪਹਿਲਾਂ ਉਹਨਾਂ ਦਾ ਖਿਆਲ ਕਰੀਏ, then we will do that. Even if all of us can start doing looking after ourselves and ਸਾਡਾ ਆਲਾ ਦੁਆਲਾ, ਤਾਂ it'll become a better place. Still, if somebody we come to know that need help, and even some of our friends and network 'ਚ ਬੰਦੇ ਨੂੰ ਹੁੰਦਾ ਵੀ if we can help in any way, they will come reach to us, and we've sort of given them open invitation to let us know, ਚਾਹੇ ਉਹ ਇੱਥੇ ਇੰਡੀਆ ਜਾਂ ਸਿਆਟਲ ਆ ਜਾਂ ਵੈਨਕੂਵਰ, ਪੋਰਟਲੈਂਡ ਜਾਂ ਕਿਤੇ ਵੀ ਆ, right? So we are trying to do our best. I think that there's a lot of people are doing good job, and makes you proud. ਚਾਹੇ ਜੇ ਬੰਦੇ ਚਾਹੇ ਫ੍ਰੀ ਫੂਡ ਲਿਆ ਰਹੇ ਆ ਨਰਸਾਂ ਨੂੰ, ਤੇ ਦੂਸਰਾ ਹੈਲਥ ਕੇਅਰ ਵਰਕਰਸ ਨੂੰ, ਜਾਂ ਕੋਈ ਹੋਰ ਹਰ ਬੰਦੇ ਕਰ ਰਹੇ ਆ। ਕਈਆਂ ਨੇ ਕਾਰ ਕੰਪਨੀਆਂ ਨੇ ਪੇਮੈਂਟ ਡਿਫਰ ਕਰ ਦਿੱਤੀਆਂ। ਐਵਰੀਬਡੀ, ਅਸੀਂ ਪੰਜਾਬੀ ਦੇ ਵਿੱਚ ਤਾਂ ਯੂ ਹੈਵ ਟੂ ਬੀ ਪ੍ਰਾਊਡ ਕਿ ਕਿੰਨਾ ਆਪਾਂ ਅਕਰੋਸ ਕੈਨੇਡਾ ਐਂਡ ਥਰੂ ਆਊਟ ਦ ਵਰਲਡ, ਚਾਹੇ ਇੰਡੀਆ ਦੇਖ ਲਓ ਲੰਗਰ ਲੱਗੇ ਆ ਜਾਂ ਕੁਛ ਵੀ ਆ, ਰਾਈਟ? ਸੋ ਆਈ ਥਿੰਕ ਮੇਕਸ ਯੂ proud what Guru Nanak, the message, how it's spreading in times like this, that it makes you think what human life is all about. And jo bhi assi kar sakde hain is for others, jinni bhi apne ko samartha hai, it makes you feel good. And also at the end of the day, that's what it's all about, right? And now this COVID is teaching us we are just a creature on this big ਯੂਨੀਵਰਸ ਔਰ ਅਰਥ, ਰਾਈਟ? ਸੋ ਵੀ ਅੱਜ ਸਾਡੀ ਹੋਂਦ ਉਨੀ ਗਈ ਆ ਜਿੰਨੀ ਦੇ ਲੋ ਇਹ ਵਾਇਰਸ ਨਾ ਦਿੰਦੀ ਆ, ਨਾ ਕੋਈ ਕਿਸੇ ਨੂੰ ਪਤਾ ਵੀ ਕਿੱਦਾਂ ਦੀ ਹੈ, ਸਾਡਾ ਭੰਬਲ ਭੂਸੇ ਸਾਰੇ ਪਾਤਾ, ਰਾਈਟ? ਯਾ ਦੈਟਸ ਰਾਈਟ। ਜੀ ਜੀ ਬਿਲਕੁਲ, ਇਹ ਚੀਜ਼ਾਂ ਹੁਣ ਇਹਦਾ ਲੈਸਨ ਸਿੱਖਣ ਦੀ ਲੋੜ ਹੈਗੀ ਹੈ ਸਾਨੂੰ, ਕਿ ਅਸੀਂ ਜਿਹੜੇ ਕਹਿ ਲਓ ਕਿ ਜਿਵੇਂ ਸਾਨੂੰ ਪਹਿਲਾਂ ਨਹੀਂ ਕਹਿੰਦੇ ਹੁੰਦੇ ਸੀ ਕਿ ਰੇਸ 'ਚ, ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ, ਰੇਸ 'ਚ ਨਾਲ ਜਾਓ ਤੁਸੀਂ ਪਰਮਾਤਮਾ ਨੇ ਇੱਕ ਵਾਰੀ ਸਾਨੂੰ ਯਾਦ ਕਰਵਾ ਦਿੱਤਾ ਕਿ ਮੈਂ ਹੈਗਾ ਆ, ਆਈ ਐਮ ਦੇਅਰ ਸਮਵੇਅਰ, ਹੈ ਨਾ, ਡੋਂਟ ਫੋਰਗੇਟ ਮੀ। ਤੇ ਹੁਣ ਅਸੀਂ ਜੇ BM ਗਰੁੱਪ ਦੇ ਵੱਲ ਵਾਪਸ ਆਈਏ, ਤਾਂ ਫਿਊਚਰ ਦਾ ਕੀ ਹੈਗਾ ਹੈ, ਕਿ ਫਿਊਚਰ ਦੇ ਵਿੱਚ ਕੀ ਕੁਝ ਅਕੰਪਲਿਸ਼ ਕਰੇਗੀ BM ਗਰੁੱਪ? I think the future ਦੇ ਵਿੱਚ ਤਾਂ we have young people coming up. Each sort of group has its business leaders. I think our part of our growth is so we can provide opportunity to the next generation, right? So I think Sara silos will keep growing with the as the opportunities arise, right? But me personally, I'm working on the business, make sure I can provide opportunity. ਜੇ ਕਿਸੇ ਨੂੰ counseling ਚਾਹੀਦੀ, ਕੁਝ ਹੋਰ ਚਾਹੀਦਾ, I think that's what my role is becoming, make sure we are better prepared for the future, and we are also better prepared for if something unfortunate happens in the future, so people can have a sort of a safe home or a safe source of income. I think ਉਹਨਾਂ ਚੀਜ਼ਾਂ ਤੇ we will work on that. ਜੇ ਕਿਤੇ wastage ਆ, we things we don't need, and we will also reevaluate ਉਹਨਾਂ ਚੀਜ਼ਾਂ ਨੂੰ, we will try to eliminate ਕਿ ਆਪਾਂ ਥੋੜਾ efficiency ਨਾਲ ਕੰਮ ਕਰੀਏ, right? And I think that those are the plans. ਬਾਕੀ it's all up to God, ਵਾਹਿਗੁਰੂ, right? Whatever it's gonna happen, it's gonna happen, right? ਜੋ ਰੱਬ ਦੀ ਮਰਜ਼ੀ ਹੁੰਦੀ ਉਹੀ ਹੁੰਦਾ ਆ। ਬਟ BM ਗਰੁੱਪ ਨੂੰ, ਜਿੱਦਾਂ ਹੁਣ ਤੁਹਾਡੇ son ਹੈਗੇ ਆ, is he interested in BM groups? Yes, he's very much interested. I think he first wanted to find out. He didn't want to be a typical sort of
father son takes over the business. He said no. He sort of purposely chose. He said he's also a licensed realtor. He said I can do. And well, I like the real estate side of the business, and he's working as an intern with the. He's got a lot of other senior GMs and whatever, learning from them. He sort of grew up in the business. I think now he's growing, finishes his university degree, and still continuing working on his professional development and all those things, and making his contacts. So when the time comes, he didn't. I think good thing is he didn't want to be seen as a sort of a nepotism kind of thing, where he was given the job because of his family and whatever, right? And my daughters, they are more in the healthcare field, right? Oh, So I that's think good. have their own line of businesses. Hopefully, everybody will sort of will do something, and that's sort of positive for the whole humanity, right? So. Bilkul, Mr. Maan, there are many things to talk about, but we have like less time. But some other time we will talk later ਕਿ ਤੁਹਾਡੇ ਹੋਰ ਗੱਲਾਂ ਕੀ ਤੁਹਾਡਾ ਇੰਟਰਸਟ ਕਿਹਦੇ ਵਿੱਚ ਹੈ ਤੇ ਹੋਰ ਬਹੁਤ ਕੁਐਸਚਨ ਨੇ ਕਰਨ ਨੂੰ ਤੇ ਪਰ ਹੁਣ ਜਿਹੜਾ ਟਾਈਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਕੀ ਕਹਿਣਾ ਚਾਹੁੰਦੇ ਆ ਕੋਵਿਡ-19 ਦੇ ਲਈ ਤੇ ਹੋਰ ਬਿਜ਼ਨੈਸਿਸ ਦੇ ਲਈ ਜਿਹੜੇ ਛੋਟੇ ਸਮਾਲ ਬਿਜ਼ਨੈਸਿਸ ਨੇ ਮੀਡੀਅਮ ਸਾਈਜ਼ ਬਿਜ਼ਨੈਸਿਸ ਨੇ ਕ੍ਰਾਈਸਿਸ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਆ ਇਸ ਔਖੇ ਸਮੇਂ ਦੇ ਵਿੱਚ I think ਮੈਂ ਤਾਂ ਇਹੀ ਕਹਿਣਾ ਵੀ everybody should just stay positive. ਇਹ ਜਿਹੜਾ time ਹੈ ਇਹ ਲੰਘ ਜਾਣਾ. It's a matter of few weeks or months at the most. Government is doing a lot to help out. ਜਿਨ੍ਹਾਂ ਨੂੰ ਜ਼ਰੂਰਤ ਹੈ ਜ਼ਰੂਰ take advantage of that and look after your people. ਚਾਹੇ ਵੀ ਕੋਈ ਵੀ ਬਿਜ਼ਨਸ ਹੋਏ, your people are your strength, right? ਇਹ ਬੰਦੇ ਆ ਉਹੀ ਬੰਦੇ ਬਿਜ਼ਨਸ ਸਪੈਸ਼ਲੀ ਜੇ ਪਾਸ ਹੋਏ ਆ you'll make it up. And some of ਜਿਨ੍ਹਾਂ ਦੀ ਜ਼ਿਆਦਾ ਇਨਫਲੂਐਂਸ ਹੋਊਗਾ they can look at plan B where future ਦੇ ਵਿੱਚ do we want to have another sort of diversification in our portfolio, right? ਬਾਕੀ ਜੇ small business ਆ ਉਹਨਾਂ ਲਈ lots of help is underway. Hopefully they've applied for all these programs or some more will come, right? I think ਉਹਦੇ ਵਿੱਚ ਇਹ ਆ ਵੀ just be positive. I think we are sort of fortunate that ਅਸੀਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਬੈਠੇ ਹਾਂ, right? ਇੱਥੇ leadership ਆ provincial and federal level everywhere. Everybody is all together. I think one thing makes you so proud of Canada is ਇੱਕ ਵੀ politician ਨੇ ਕੋਈ political ਸਕੋਰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ. They're all in it together. ਸਾਨੂੰ ਵੀ ਸਿੱਖਣਾ ਚਾਹੀਦਾ as a community and as a business people. I think everybody is doing a great job. Business is not, people sometimes think that they are greedy and whatever, but we have a job to do. Same as worker has a place. Everybody is, we are all part of the same chain, whether you're working as a on the field or in the office and whatever. ਰਲ ਮਿਲ ਕੇ ਸਾਰਿਆਂ ਤੋਂ ਕਰ ਹੋਣਾ. We look after each other and we'll get through this easily, right? So. ਬਿਲਕੁਲ ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਕੀਤੀ ਹੈ ਟਾਈਮ ਚੋਂ ਟਾਈਮ ਕੱਢਿਆ ਹੈਗਾ ਆ ਸੋ ਲੁਕਿੰਗ ਫਾਰਵਰਡ ਟੂ ਟਾਕ ਟੂ ਯੂ ਸੂਨ ਕਿ ਹੋਰ ਅੱਗੇ ਕੀ ਜਦੋਂ ਸਿਚੁਏਸ਼ਨ ਥੋੜੀ ਜਿਹੀ ਬੈਟਰ ਹੋਏਗੀ ਦੈਨ ਆਪਾਂ ਫੇਰ ਇੱਕ ਸਕੈਜੂਲ ਕਰਾਂਗੇ ਇੰਟਰਵਿਊ ਦੈਨ ਵੀ ਵਿਲ ਟਾਕ ਅਬਾਊਟ ਮੈਨੀ ਮੋਰ ਅਦਰ ਥਿੰਗਸ ਟਿਲ ਦੈਨ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਇਦਾਂ ਹੀ ਜਿਹੜਾ ਕਮਿਊਨਿਟੀ ਦੇ ਲਈ ਕੰਮ ਕਰਦੇ ਲੋਕ ਕੰਪਨੀ ਦੇ ਵਰਕਰਸ ਨੂੰ ਇਦਾਂ ਹੀ ਜਿੱਦਾਂ ਹੁਣ ਮੈਨੇਜ ਕਰ ਰਹੇ ਹੋ ਇਦਾਂ ਹੀ ਕਰਦੇ ਰਹੋ ਤੇ ਤੁਹਾਡੀ ਕੰਪਨੀ ਜਿਹੜੀ ਹੈਗੀ ਆ ਹੋਰ ਅਕੰਪਲਿਸ਼ਮੈਂਟ ਕਰੇ ਥੈਂਕ ਯੂ ਵੈਰੀ ਮਚ ਥੈਂਕ ਯੂ ਮੈਨੂੰ ਮੌਕਾ ਦੇਣ ਦਾ ਇੱਥੇ ਆ ਕੇ ਗੱਲਾਂ ਕਰਨ ਦਾ ਤੇ hopefully some people will benefit from this. I'm just a small ordinary guy, but you can see that maybe hopefully somebody will learn from our dialogue, and anytime you need me to come back and touch on a particular topic, I'm no expert in anything. I'm just telling you straight good the way I experience life and how things are from my perspective. Thank you again. Thank you so much. ਸੋ ਮਿਸਟਰ ਮਾਨ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸਿਸ ਤੋਂ ਦੱਸਿਆ ਕਿਉਂਕਿ ਹਮੇਸ਼ਾ ਆਦਮੀ ਹੈ ਨਾ ਜੋ ਉਹ ਐਕਸਪੀਰੀਅੰਸ ਤੋਂ ਹੀ ਸਿੱਖਦਾ ਹੈ ਤੇ ਉਹ ਐਕਸਪੀਰੀਅੰਸ ਜਦੋਂ ਅਸੀਂ ਸੁਣਦੇ ਹਾਂ ਅਸੀਂ ਕਈ ਵਾਰ ਆਪਣੀ ਲਾਈਫ ਦੇ ਵਿੱਚ ਵੀ ਇੰਪਲੀਮੈਂਟ ਕਰ ਲੈਂਦੇ ਹਾਂ ਤੇ ਉਹਨਾਂ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਵਧੀਆ ਜਿਹੜਾ ਹੈਗਾ ਉਹਦਾ ਆਊਟਕਮ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਦਾ ਆ ਤੇ ਹੁਣ ਕੋਵਿਡ-19 ਦੇ ਨਾਲ ਵੱਡੇ ਬਿਜ਼ਨਸ ਹੋਣ ਚਾਹੇ ਛੋਟੇ ਬਿਜ਼ਨਸ ਹੋਣ ਹਰ ਕੋਈ ਸਰਵਾਈਵ ਕਰ ਰਿਹਾ ਹੈਗਾ ਆ ਇਸ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਸਫਰ ਕਰ ਰਿਹਾ ਹੈਗਾ ਇਸ ਕੰਡੀਸ਼ਨ ਦੇ ਵਿੱਚ ਪਰ ਅਸੀਂ ਹੌਲੀ ਟਾਈਮ ਦੇ ਨਾਲ ਇਸ ਸਿਚੁਏਸ਼ਨ ਤੋਂ ਵੀ ਨਿਕਲਾਂਗੇ ਪਰ ਲੋੜ ਹੈਗੀ ਹੈ ਸਾਨੂੰ ਆਪਣਾ ਧਿਆਨ ਰੱਖਣ ਦੀ ਆਪਣੀ ਫੈਮਿਲੀ ਦਾ ਧਿਆਨ ਰੱਖਣ ਦੀ ਤੇ ਨਾਲ ਆਪਣੀ ਕਮਿਊਨਿਟੀ ਦਾ ਧਿਆਨ ਰੱਖਣ ਦੀ ਸੋ ਕੀਪ ਵਾਸ਼ਿੰਗ ਯੂਰ ਹੈਂਡਸ ਸੋਸ਼ਲ ਡਿਸਟੈਂਸ ਜਿਹੜਾ ਹੈਗਾ ਆ ਉਹ ਇੰਨਾ ਨਾ ਬਣਾਓ ਫਿਜ਼ੀਕਲ ਡਿਸਟੈਂਸ ਬਣਾ ਕੇ ਰੱਖੋ ਕੀਪ ਕਾਲਿੰਗ ਯੂਰ ਫਰੈਂਡਸ ਕੀਪ ਕਾਲਿੰਗ ਯੂਰ ਫਰੈਂਡਸ ਐਂਡ ਫੈਮਿਲੀ ਜੋ ਵੀ ਤੁਹਾਡੇ ਨਾਲ ਤੁਹਾਡੀ ਰਿਸ਼ਤੇਦਾਰ ਨੇ ਜਾਂ
ਕੋਈ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਤੇ ਨਾਲ ਜਿਹੜਾ ਹੈਗਾ ਕਮਿਊਨਿਟੀ ਦਾ ਵੀ ਧਿਆਨ ਰੱਖੋ। ਤੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਫਿਰ ਵਾਪਸ ਆਵਾਂਗੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।